ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਜੀ ਦਾ ਅੱਜ ਦੇ ਕੈਂਪ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੈਂਪ ਦੀ ਸ਼ੁਰੂਆਤ ਜਾਪ ਸੇਵਾ ਤੋਂ ਹੋਏਗੀ ਜੀ। ਅੱਜ ਦੀ ਜਾਪ ਸੇਵਾ ਜਸਮੀਤ ਕੌਰ ਜੀ ਜ਼ੋਨ ਸ਼ੇਰਪੁਰ ਤੋਂ ਨਿਭਾਉਣਗੇ ਜੀ। ਜੋ ਜੁੜ ਚੁੱਕੇ ਹਨ ਸਰ ਪਲੀਜ਼ ਆਪਣਾ हैंड रेस्ट कर लें जी। जो जुड़ चुके हैं जी तो अपना हैंड रेस्ट कर लो। वाहेगुरु जी का खालसा वाहेगुरु जी की फतेह। एक ओंकार सतनाम करता पुरख निरंजन निरवैर अकाल मूरत अजूनी सैभं गुर प्रसाद। एक ओंकार सतनाम करता पुरख निरंजन निरवैर अकाल मूरत अजूनी सैभं गुर प्रसाद। एक ओंकार सतनाम करता पुरख निरंजन निरवैर अकाल मूरत अजूनी सैभं गुर प्रसाद। एक ओंकार सतनाम करता पुरख निरंजन निरवैर अकाल मूरत अजूनी सैभं गुर प्रसाद। एक ओंकार सतनाम करता पुरख निरंजन निरवैर अकाल मूरत अजूनी सैभं गुर प्रसाद। वाहेगुरु 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 जी का खालसा वाहेगुरु जी की फतेह। ਵਾਹਿਗੁਰੂ ਜੀ ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸੇਵਾ ਨਿਭਾਈ। ਬਸ ਜੇ ਤੁਸੀਂ ਅਜੂਨੀ ਸੈਪਨ ਇਕੱਠਾ ਬੋਲਿਆ ਉਹ ਲੱਗ ਗਿਆ। ਅਜੂਨੀ ਸੈਪਨ। ਅੱਜ ਦੀ ਕੀਰਤਨ ਸੇਵਾ ਨਿਭਾਣਗੇ ਜੀ ਮਨਜੋਤ ਕੌਰ EPP ਨੰਬਰ 13672। ਜੋ ਜੁੜ ਚੁੱਕੇ ਹਨ ਜੀ ਤਾਂ ਪਲੀਜ਼ ਆਪਣਾ हैंड रेस्ट कर लो। वाहिगुरु जी का खालसा वाहिगुरु जी की फतेह। जी जंत तेरे तारे प्रभु डोरी हाथ तुम्हारे। जी जंत तेरे तारे प्रभु डोरी हाथ तुम्हारे। मा पा दा सा मा पा दा सा मा पा दा सा धा धा पा मा धा पा मा सा मा रे सा रे गा बा धा सा सा मा रे सा रे गा बा धा सा धा पा मा धा मा सोई कराए जो तुद पावे। सोई कराए जो तुद पावे। मोहे से आनप किछु न आवे। मोहे से आनप किछु न आवे। जी जंत तेरे तारे प्रभ डोरी हाथ तुम्हारे। जी जंत तेरे तारे प्रभ डोरी हाथ तुम्हारे। हम बारिक त्यों सरनाई। हम बारिक त्यों सरनाई। प्रभ आपे पैज रखाई। प्रभ आपे पैज रखाई। जी जंत तेरे तारे प्रभ डोरी हाथ तुम्हारे। जी जंत तेरे तारे प्रभ डोरी हाथ तुम्हारे। मेरा मात पिता हर राया करी कृपा प्रतिपालन लागा। करी तेरा कराया। करी तेरा कराया। जी जंत तेरे तारे प्रभ डोरी हाथ तुम्हारे। जी जंत तेरे तारे प्रभ डोरी हाथ तुम्हारे। मा पा दा सा मा पा दा सा मा पा दा सा धा धा पा मा धा पा मा सा मा रे सा रे गा धा पा
करना जी जंत तेरे तारे प्रभ डोरी हाथ तुम्हारे जी जंत तेरे तारे प्रभ डोरी हाथ तुम्हारे प्रभ डोरी हाथ तुम्हारे प्रभ डोरी हाथ तुम्हारे वाहिगुरु जी का खालसा वाहिगुरु जी की फतेह। ਵਾਹਿਗੁਰੂ ਜੀ ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਜਾਪ ਸੇਵਾ ਨਿਭਾਈ ਤੇ ਹੁਣ ਅਗਲਾ ਪਹਿਲਾ ਸੈਸ਼ਨ ਲੈਣਗੇ ਜੀ ਗਗਨਦੀਪ ਕੌਰ ਜਿਨ੍ਹਾਂ ਦਾ ਵਿਸ਼ਾ ਹੈ ਜੀ ਹਾਊ ਟੂ ਇੰਜੋਏ ਲਾਈਫ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਵਾਜ਼ ਆ ਰਹੀ ਹੈ ਜੀ? ਵਾਹਿਗੁਰੂ ਜੀ ਥੋੜਾ ਉੱਚੀ ਬੋਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਰਹੀ ਹੈ ਜੀ? ਹਾਂਜੀ ਆ ਰਹੀ ਹੈ। ਹਾਂਜੀ ਸੋ ਅੱਜ ਆਪਣਾ ਟੌਪਿਕ ਹੈ ਜੀ ਹਾਊ ਟੂ ਇੰਜੋਏ ਲਾਈਫ। ਸੋ ਫਸਟ ਆਪਾਂ ਗੱਲ ਕਰਦੇ ਹਾਂ ਜੀ, ਆਪਾਂ ਜਿੱਦਾਂ ਅੱਜ ਗੱਲ ਕਰਨੀ ਹੈ ਕਿ ਆਪਾਂ ਲਾਈਫ ਨੂੰ ਇੰਜੋਏ ਕਿੱਦਾਂ ਕਰਨਾ, ਹਨਾ। ਇੰਜੋਏ ਤਾਂ ਆਪਾਂ ਸਾਰੇ ਕਰਦੇ ਹਾਂ, ਕੋਈ ਕਿੱਦਾਂ ਕਰਦਾ, ਕੋਈ ਸਹੀ ਵੇ ਦੇ ਵਿੱਚ ਕਰਦਾ, ਕੋਈ ਗਲਤ ਵੇ ਦੇ ਵਿੱਚ ਕਰਦਾ। ਸੋ ਅੱਜ ਆਪਾਂ ਇਹ ਦੇਖਣਾ ਕਿ ਆਪਾਂ ਲਾਈਫ ਨੂੰ ਇੰਜੋਏ ਤਾਂ ਕਰਨਾ ਹੈ, ਬਟ ਆਪਾਂ ਨੂੰ ਰਾਈਟ ਵੇ ਦੇ ਵਿੱਚ ਕਿੱਦਾਂ ਇੰਜੋਏ ਕਰਨਾ। ਮੈਂ PPT ਸ਼ੇਅਰ ਕਰਦੀ ਹਾਂ ਜੀ। ਵਾਹਿਗੁਰੂ ਜੀ ਥੋੜਾ ਜਿਹਾ ਉੱਚੀ ਬੋਲੋ, ਤੁਹਾਡੀ ਆਵਾਜ਼ ਬਹੁਤ ਲੋ ਆ ਰਹੀ ਹੈ। ਹਾਂਜੀ ਵਾਹਿਗੁਰੂ ਜੀ। ਅੱਜ ਆਪਣਾ ਟੌਪਿਕ ਹੈ ਜੀ ਹਾਊ ਟੂ ਇੰਜੋਏ ਲਾਈਫ। ਅੱਜ ਦੇ ਟੌਪਿਕ 'ਚ ਆਪਾਂ ਕੀ ਪੜਾਂਗੇ? There we will learn how we can enjoy our life in right way with the help of our great teacher ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪਾਂ ਕਿੰਨਾ ਤੋਂ ਸਿੱਖਣਾ ਹੈ ਕਿ ਆਪਾਂ ਆਪਣੀ ਲਾਈਫ ਨੂੰ ਇੰਜੋਏ ਕਿੱਦਾਂ ਕਰ ਸਕਦੇ ਹਾਂ। ਆਪਣੇ ਜਿਹੜੇ ਗ੍ਰੇਟ ਟੀਚਰ ਨੇ, ਸਭ ਤੋਂ ਬੈਸਟ ਟੀਚਰ ਨੇ, ਬੈਸਟ ਟੀਚਰ ਆਫ ਦਾ ਵਰਲਡ ਕੌਣ ਨੇ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੋ ਆਪਾਂ ਉਹਨਾਂ ਤੋਂ ਸਿੱਖਣਾ ਹੈ ਕਿ ਆਪਾਂ ਆਪਣੀ ਲਾਈਫ ਨੂੰ ਕਿੱਦਾਂ ਇੰਜੋਏ ਕਰਨਾ ਹੈ। ਸੋ ਆਪਾਂ ਲਾਈਫ ਤੇ ਕੁਐਸਚਨ ਪੁੱਟ ਕਰਦੇ ਹਾਂ ਜੀ। ਸਭ ਤੋਂ ਫਸਟ ਕੁਐਸਚਨ ਆਪਣਾ, ਵਾਟ ਇਜ਼ ਲਾਈਫ? ਕੋਈ ਵੀ ਦੱਸ ਸਕਦਾ ਹੋਵੇ ਕਿ ਲਾਈਫ ਆਪਾਂ ਕਹਿੰਦੇ ਹਾਂ ਕਿ ਹਾਂ ਅਸੀਂ ਲਾਈਫ 'ਚ ਇਹ ਬਣਨਾ ਹੈ, ਹਨਾ, ਸਾਡੀ ਲਾਈਫ ਏਦਾਂ ਚੱਲ ਰਹੀ ਹੈ, ਮੇਰੀ ਲਾਈਫ 'ਚ ਆਹ ਕੁਛ ਹੋ ਰਿਹਾ ਹੈ। ਸੋ ਵਟ ਇਜ਼ ਲਾਈਫ? ਬੇਸਿਕ ਜਿਹਾ ਕੁਐਸਚਨ ਹੈ। ਲਾਈਫ ਅਸਲ 'ਚ ਜ਼ਿੰਦਗੀ ਚੀਜ਼ ਕੀ ਹੈ? ਆਪਾਂ ਕਿਸ ਨੂੰ ਜ਼ਿੰਦਗੀ ਕਹਿੰਦੇ ਹਾਂ? ਕੋਈ ਵੀ ਚੈਟ ਦੇ ਵਿੱਚ ਦੱਸ ਸਕਦਾ ਹੋਵੇ ਵਟ ਇਜ਼ ਲਾਈਫ? ਆਨਸਰ ਜਿਉਣਾ, ਇੰਜੋਇਮੈਂਟ, what we live, जीन, life is the gift of God, our happiness। देखो हैप्पीनेस ਜਾਂ ਜਿਉਣਾ, ਹਨਾ, ਬਿਲਕੁਲ ਸਹੀ। ਜੋ ਅਸੀਂ ਸਪੈਂਡ ਕਰਦੇ ਹਾਂ, ਸਪੈਂਡ ਆਪਾਂ ਕੀ ਕਰਦੇ ਹਾਂ? ਕਿਸ ਚੀਜ਼ ਨੂੰ ਆਪਾਂ ਸਪੈਂਡ ਕਰਦੇ ਹਾਂ? ਹਾਂਜੀ ਦੱਸੋ, ਸਪੈਂਡ ਆਪਾਂ ਕਿਸ ਚੀਜ਼ ਨੂੰ ਕਰਦੇ ਹਾਂ? ਵੈਰੀ ਗੁੱਡ, ਟਾਈਮ। ਸੋ ਇਹ ਦੇਖੋ, ਲਾਈਫ ਇਜ਼ ਜਸਟ ਅ ਟਾਈਮ। ਦੇਖੋ ਹੁਣ ਇੱਕ ਵਾਰ ਇਮੈਜਿਨ ਕਰਕੇ ਦੇਖੋ ਵੀ ਜਿਹੜਾ ਟਾਈਮ ਕੱਲ ਚਲਾ ਗਿਆ ਉਹ ਵੀ ਆਪਣੀ ਲਾਈਫ ਹੀ ਸੀ ਨਾ, ਲਾਈਫ ਦਾ ਇੱਕ ਪਾਰਟ ਹੀ ਸੀ। ਵਾਪਸ ਆ ਜਾਊਗਾ? ਨਹੀਂ ਆਉਣਾ। ਅੱਜ ਜੋ ਟਾਈਮ ਚਲ ਗਿਆ ਵਾਪਸ ਆਊਗਾ? ਨਹੀਂ ਆਉਣਾ। ਸੋ ਲਾਈਫ ਇਜ਼ ਬੇਸਿਕਲੀ ਜਸਟ ਅ ਟਾਈਮ, ਸਿਰਫ ਇੱਕ ਟਾਈਮ which is limited. Still we are wasting it in useless worries, hopes, tensions, stress। ਬਿਲਕੁਲ ਲਿਮਿਟਡ ਟਾਈਮ ਆ, ਹਨਾ, ਸਭ ਕੋਲ ਲਿਮਿਟਡ ਟਾਈਮ ਆ। ਆਪਾਂ ਆਏ ਆ, ਵਾਹਿਗੁਰੂ ਨੇ ਆਪਾਂ ਨੂੰ ਜ਼ਿੰਦਗੀ ਦੀ ਦਾਤ ਬਖਸ਼ੀ ਆ, ਇਸ ਵਰਲਡ ਦੇ ਵਿੱਚ ਭੇਜਿਆ, ਆਪਾਂ ਵਾਪਸ ਵੀ ਜਾਣਾ, ਹਨਾ, ਇਸ ਦੇ ਵਿੱਚ ਤਾਂ ਕੋਈ ਵੀ ਡਾਊਟ ਨਹੀਂ ਆ। ਬਟ ਸਟਿਲ ਵੀ ਆਰ ਵੇਸਟਿੰਗ ਇਟ ਇਨ ਯੂਜ਼ਲੈਸ ਵਰੀਜ਼। ਯੂਜ਼ਲੈਸ ਵਰੀਜ਼ ਦੇ ਵਿੱਚ ਆਪਾਂ ਆਪਣਾ ਇਹ ਇੰਨਾ, ਜਿਹੜਾ ਸਾਨੂੰ ਇੰਨਾ ਵਧੀਆ ਖਜ਼ਾਨਾ ਵਾਹਿਗੁਰੂ ਨੇ ਇੰਨੀ ਵਧੀਆ ਦਾਤ ਸਾਨੂੰ ਬਖਸ਼ੀ ਆ, ਅਸੀਂ ਕੀ ਕਰ ਰਹੇ ਹਾਂ? ਇਹਨੂੰ ਆਪਾਂ ਜਸਟ ਵੇਸਟ ਕਰ ਰਹੇ ਹਾਂ। ਯੂਜ਼ਲੈਸ ਵਰੀਜ਼ ਆਪਾਂ ਕਿੰਨੀਆਂ ਆਪਾਂ ਟੈਨਸ਼ਨਸ ਲੈ ਕੇ ਬੈਠੇ ਹੋਏ ਆ, ਹਨਾ, ਕਿ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ, ਐ ਹੋ ਜਾਊਗਾ, ਐ ਮੈਂ ਕਰਨਾ। ਆਪਾਂ ਆਪਣੇ ਤੋਂ ਬਹੁਤ ਜ਼ਿਆਦਾ ਟੈਨਸ਼ਨਸ ਨੇ। ਆਪਾਂ ਇੰਨਾ ਜ਼ਿਆਦਾ ਟਾਈਮ ਵੇਸਟ ਕਰਦੇ ਹਾਂ ਨਾ ਟੈਨਸ਼ਨਸ ਦੇ ਵਿੱਚ, ਜਿਹੜਾ ਆਪਾਂ ਨੂੰ ਜਸਟ ਕਾਹਦੇ ਵਿੱਚ ਯੂਜ਼ ਕਰਨਾ ਚਾਹੀਦਾ, ਯੂਟੀਲਾਈਜ਼ ਕਾਹਦੇ ਵਿੱਚ ਕਰਨਾ ਚਾਹੀਦਾ? ਆਪਣਾ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਹੈ ਇਹ। ਇਹਦਾ ਮੇਨ ਮੋਟਿਵ ਕੀ ਹੈ ਕਿ ਅਸੀਂ ਆਪਣੀ ਇਹ ਜਿਹੜੀ ਜ਼ਿੰਦਗੀ ਨੂੰ ਸਫਲ ਬਣਾਉਣਾ ਹੈ। ਆਪਾਂ ਇਹ ਜਿਹੜਾ ਟਾਈਮ ਆਪਾਂ ਇਹਨੂੰ ਇੱਕ ਚੰਗੀ ਤਰ੍ਹਾਂ ਯੂਟੀਲਾਈਜ਼ ਕਰਨਾ, ਵਾਹਿਗੁਰੂ ਤੋਂ, ਆਪਣਾ ਜਿਹੜੇ ਟੀਚਰ ਨੇ ਉਹਨਾਂ ਤੋਂ ਸਿੱਖਣਾ ਹੈ। ਉਸ ਦੇ ਅਕੋਰਡਿੰਗ ਅਸੀਂ ਆਪਣੀ ਲਾਈਫ ਨੂੰ ਇੰਜੋਏ ਕਰਨਾ, ਉਸ ਦੇ ਅਕੋਰਡਿੰਗ ਆਪਾਂ ਆਪਣੀ ਲਾਈਫ 'ਚ ਸਕਸੈਸ ਹੋਣਾ ਹੈ।
ਸੋ ਫਾਰਮੂਲਾ ਆਫ ਲਾਈਫ ਬਣਾਇਆ ਸੀ ਜੀ ਮੈਂ ਕਿ ਲਾਈਫ ਹੈ ਕੀ। ਦੇਖੋ ਆਪਣੀ ਲਾਈਫ ਦੇ ਵਿੱਚ ਬਹੁਤ ਸਾਲ ਨੇ ਹਨਾ, ਕੋਈ 5 ਸਾਲਾਂ ਦਾ ਹੋ ਗਿਆ, ਕੋਈ 18 ਸਾਲ ਦਾ ਇੱਥੇ ਬੈਠਾ ਹੋਇਆ ਹੈ, ਕਿਸੇ ਦੀ ਉਮਰ 40 ਸਾਲ ਹੋ ਗਈ। ਉਸ ਤੋਂ ਪਹਿਲਾਂ ਈਅਰ ਤੋਂ ਪਹਿਲਾਂ ਕੀ ਆਉਂਦਾ, ਮੰਥ, ਮੰਥ ਤੋਂ ਪਹਿਲਾਂ ਡੇ, ਡੇ ਤੋਂ ਪਹਿਲਾਂ ਆਰ, ਆਰ ਤੋਂ ਪਹਿਲਾਂ ਸੈਕਿੰਡ। ਬੇਸਿਕ ਜੀ ਯੂਨਿਟ ਹੈ ਨਾ ਜਿਹੜੀ ਆਪਣੀ ਲਾਈਫ ਦੀ, ਇਟ ਇਜ਼ ਸੈਕਿੰਡ। ਹਰ ਇੱਕ ਚੀਜ਼ ਦੀ ਬੇਸਿਕ ਯੂਨਿਟ ਹੁੰਦੀ ਹੈ ਨਾ। ਆਪਣੀ ਬਾਡੀ ਹੈ, ਬਾਡੀ ਕਿਤੋਂ ਮਿਲ ਕੇ ਬਣੀ ਹੋਈ ਹੈ, ਆਰਗਨਸ ਤੋਂ, ਆਰਗਨਸ ਕਿਤੋਂ ਮਿਲ ਕੇ ਬਣੇ ਹੈ, ਟਿਸ਼ੂਜ਼ ਤੋਂ, ਟਿਸ਼ੂ ਕਿਤੋਂ ਮਿਲ ਕੇ ਬਣੇ ਹੈ, ਸੈਲਸ ਤੋਂ। ਸੋ ਹਰ ਇੱਕ ਚੀਜ਼ ਦੀ ਇੱਕ ਬੇਸਿਕ ਹੈ, ਆਪਣੀ ਬਿਲਡਿੰਗ ਹੁੰਦੀ ਹੈ, ਤੁਸੀਂ ਆਪਣੇ ਬਿਲਡਿੰਗ ਹੁੰਦੀ ਹੈ, ਉਹਦੀ ਬੇਸਿਕ ਯੂਨਿਟ ਕੀ ਹੈ ਦੱਸ ਸਕਦੇ ਕੋਈ ਜੀ? ਵਟ ਇਜ਼ ਦਾ ਬੇਸਿਕ ਯੂਨਿਟ ਆਫ ਬਿਲਡਿੰਗ? ਸਭ ਨੂੰ ਹੀ ਪਤਾ ਹੈ ਆਲਮੋਸਟ, ਬ੍ਰਿਕ। ਹਾਂਜੀ, ਬ੍ਰਿਕਸ। ਹੁਣ ਜੇ ਬ੍ਰਿਕਸ ਨੇ ਨਾ ਬੇਸਿਕ ਯੂਨਿਟ ਨੇ, ਸੋ ਆਪਣੀ ਲਾਈਫ ਦੀ ਬੇਸਿਕ ਯੂਨਿਟ ਕੀ ਹੈ? ਸੈਕਿੰਡ। ਸੈਕਿੰਡ ਦਾ ਤਾਂ ਆਪਾਂ ਨੂੰ ਕੋਈ ਐਸਟੀਮੇਟ ਹੀ ਨਹੀਂ, ਆਪਾਂ ਤਾਂ ਪੂਰਾ ਦਿਨ ਵੇਸਟ ਕਰ ਦਿੰਦੇ ਹਾਂ ਹਨਾ, ਹੋਪਸ ਦੇ ਵਿੱਚ, ਸਟ੍ਰੈਸ ਦੇ ਵਿੱਚ, ਟੈਨਸ਼ਨਸ ਦੇ ਵਿੱਚ। ਆਪਾਂ ਤਾਂ ਇੱਕ ਪੂਰਾ ਦਿਨ ਵੇਸਟ ਕਰਦੇ ਹਾਂ। ਇੱਕ ਦਿਨ ਦੇ ਵਿੱਚ ਕੈਲਕੂਲੇਟ ਕਰਕੇ ਦੇਖਿਓ ਕਿੰਨੇ ਸੈਕਿੰਡਸ ਹੁੰਦੇ ਆ, ਸੈਕਿੰਡਸ ਆਪਾਂ ਕਿੰਨੇ ਵੇਸਟ ਕਰ ਦਿੰਨੇ ਆ। ਸੋ ਇੰਨੀ ਜ਼ਿਆਦਾ ਆਪਾਂ ਨੂੰ, ਇੰਨਾ ਜ਼ਿਆਦਾ ਵਧੀਆ ਇੰਨੀ ਵਾਹਿਗੁਰੂ ਨੇ ਦਾਤ ਬਖਸ਼ੀ ਹੈ ਜੋ ਆਪਾਂ ਬਸ ਐਂ ਵੇਸਟ ਕਰ ਦਿੰਦੇ ਆ। ਟਾਈਮ ਕਿਸੇ ਦੇ ਵੀ ਕੰਟਰੋਲ ਦੇ ਵਿੱਚ ਨਹੀਂ ਹੈ, ਨਾ ਹੀ ਆਪਾਂ ਟਾਈਮ ਨੂੰ ਵਾਪਸ ਲਿਆ ਸਕਦੇ ਹਾਂ। ਸੋ ਆਪਾਂ ਨੂੰ ਇਹ ਆਪਣਾ ਮੋਟਿਵ ਹੀ ਇਹ ਹੋਣਾ ਚਾਹੀਦਾ ਹੈ ਕਿ ਜੋ ਵੀ ਟਾਈਮ ਅਸੀਂ ਸਪੈਂਡ ਕਰਨਾ ਹੈ, ਅਸੀਂ ਇਹੋ ਜਿਹੇ ਕੰਮਾਂ ਦੇ ਵਿੱਚ ਸਪੈਂਡ ਕਰਨਾ ਹੈ ਕਿ ਫਿਊਚਰ ਦੇ ਵਿੱਚ ਸਾਨੂੰ ਐ ਲੱਗੇ ਹੀ ਨਾ ਕਿ ਅਸੀਂ ਕੁਝ ਗਲਤ ਕੀਤਾ ਹੈ। ਚਲੋ ਗਲਤੀਆਂ ਸਭ ਤੋਂ ਹੁੰਦੀਆਂ ਨੇ ਹਨਾ, ਪਾਸਟ 'ਚ ਹੋ ਚੁੱਕਿਆ। ਕਈ ਤਾਂ ਇਸ ਤੇ ਵੀ ਬਹੁਤ ਟੈਨਸ਼ਨ ਲੈ ਕੇ ਬਹਿ ਜਾਂਦੇ ਆ ਕਿ ਹਾਂ ਪਾਸਟ ਦੇ ਵਿੱਚ ਮੇਰੇ ਤੋਂ ਇਹ ਹੋ ਗਿਆ। ਇਹ ਇਸਦਾ ਕੋਈ ਵੀ ਪਲੱਸ ਪੁਆਇੰਟ ਨਹੀਂ ਹੈ ਕਿ ਹਾਂ ਪਛਤਾਵਾ ਜ਼ਰੂਰ ਆਪਾਂ ਨੂੰ ਹੋਣਾ ਚਾਹੀਦਾ ਹਨਾ ਕਿ ਅਸੀਂ ਗਲਤ ਕਰਤਾ, ਬਟ ਉਹਦਾ ਪਲੱਸ ਪੁਆਇੰਟ ਇਹ ਗਿਣਿਆ ਜਾਊਗਾ ਕਿ ਤੁਸੀਂ ਜਿਹੜਾ ਨੈਕਸਟ ਟਾਈਮ ਆ, ਤੁਸੀਂ ਆਪਣੀ ਮਿਸਟੇਕ ਨੂੰ ਇੰਪਰੂਵ ਕਰਕੇ ਤੁਸੀਂ ਨੈਕਸਟ ਟਾਈਮ ਉਹ ਮਿਸਟੇਕ ਰਿਪੀਟ ਨਹੀਂ ਕਰੋਗੇ, ਉਸ ਤੋਂ ਕੁਝ ਸਿੱਖ ਕੇ ਕੁਝ ਇਹੋ ਜਿਹੀ ਚੀਜ਼ ਕਰੋਗੇ ਕਿ ਹਾਂ ਤੁਹਾਨੂੰ ਵੀ ਐਂ ਲੱਗੇ ਕਿ ਜਿਵੇਂ ਗਲਤੀ ਕੀਤੀ ਸੀ ਤਾਂ ਇਹਦੇ ਵਿੱਚ ਮੇਰਾ ਭਲਾ ਹੋਇਆ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੀ ਲਾਈਫ ਦੀ ਜਿਹੜੀ ਬੇਸਿਕ ਯੂਨਿਟ ਆ ਸੈਕਿੰਡ, ਟਾਈਮ ਦੀ ਵੀ ਬੇਸਿਕ ਯੂਨਿਟ ਆ ਸੈਕਿੰਡ, ਤੇ ਆਪਾਂ ਦੇਖ ਹੀ ਲਿਆ ਕਿ ਲਾਈਫ ਹੈ ਕੀ ਆ, ਜਸਟ ਟਾਈਮ ਹੈ ਨਾ। ਸੋ ਆਪਾਂ ਇਹ ਪਹਿਲਾਂ ਦੇਖੀਏ ਕਿ ਅਸੀਂ ਇੱਕ ਇੱਕ ਸੈਕਿੰਡ ਆ ਜਿਹੜਾ ਆਪਦਾ, ਇੱਕ ਇੱਕ ਸੈਕਿੰਡ ਇਹੋ ਜਿਹੇ ਵੇ ਦੇ ਵਿੱਚ ਆਪਾਂ ਯੂਜ਼ ਕਰਨਾ ਹੈ ਕਿ ਸਾਨੂੰ ਕੱਲ ਨੂੰ ਪ੍ਰਾਊਡ ਫੀਲ ਹੋਵੇ ਕਿ ਹਾਂ ਮੈਂ ਵਾਹਿਗੁਰੂ ਦੀ ਬਾਣੀ ਦੇ ਵਿੱਚ ਇੰਨਾ ਟਾਈਮ ਲਾਇਆ ਸੀ, ਮੈਂ ਇੰਨਾ ਕੁਝ ਸਿੱਖਿਆ, ਮੈਂ ਇੰਨਾ ਕੁਝ ਚੰਗਾ ਕੀਤਾ, ਮੈਂ ਕਿਸੇ ਦੀ ਖੁਸ਼ੀ ਦਾ ਕਾਰਨ ਬਣਿਆ। ਸੋ ਇਹੋ ਜਿਹੀ ਸਾਡੇ ਵਿੱਚ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। So the basic unit of our life is second. If we learn to value our second, we will learn to value our whole life. ਕਹਿੰਦੇ ਜੇ ਆਪਾਂ ਆਪਣੀ ਲਾਈਫ ਦੀ ਇੱਕ ਜਿਹੜੀ ਬੇਸਿਕ ਯੂਨਿਟ ਹੈ ਸੈਕਿੰਡ ਹੈ, ਜੇ ਆਪਾਂ ਇੱਕ ਸੈਕਿੰਡ ਦੀ ਕਦਰ ਸਮਝ ਗਏ ਨਾ ਤਾਂ ਸਾਰੀ ਲਾਈਫ ਸਾਨੂੰ ਜਿਉਣੀ ਆਜੂ, ਸਾਨੂੰ ਸਾਰੀ ਲਾਈਫ ਦੀ ਕਦਰ ਸਾਨੂੰ ਕਰਨੀ ਆਜੂ ਕਿ ਹਾਂ ਟਾਈਮ ਕੀ ਹੈ, ਜ਼ਿੰਦਗੀ ਕੀ ਹੈ। ਹਾਂਜੀ, the qualities which we should develop. ਹੁਣ ਆਪਾਂ ਆਪਣਾ ਟੌਪਿਕ ਹੀ ਅੱਜ ਦਾ ਇਹ ਹੈਗਾ ਕਿ ਆਪਾਂ ਲਾਈਫ ਨੂੰ ਇੰਜੋਏ ਕਿੱਦਾਂ ਕਰਨਾ ਹੈ। ਫਸਟ ਇਹ ਕੁਝ ਕੁ ਕੁਆਲਿਟੀਜ਼ ਨੇ ਜੀ ਜਿਹੜੀਆਂ ਆਪਣੇ ਵਿੱਚ ਹੋਣੀਆਂ ਚਾਹੀਦੀਆਂ ਨੇ ਆਪਣੀ ਸਾਰੀ ਲਾਈਫ ਨੂੰ ਸਕਸੈਸਫੁਲ ਬਣਾਉਣ ਵਾਸਤੇ, ਇਸ ਨੂੰ ਇੰਜੋਏ ਕਰਨ ਵਾਸਤੇ ਇੱਕ ਚੰਗੇ ਤਰੀਕੇ ਦੇ ਵਿੱਚ। ਫਸਟ ਹੈ ਜੀ ਪ੍ਰੈਜ਼ੈਂਟ ਮੂਮੈਂਟਸ। ਕੈਨ ਐਨੀਬਡੀ ਟੈਲ ਮੀ ਵਟ ਇਜ਼ ਦਾ ਮੀਨਿੰਗ ਆਫ ਪ੍ਰੈਜ਼ੈਂਟ ਮੂਮੈਂਟਸ? ਕੋਈ ਦੱਸ ਸਕਦਾ ਹੈ ਜੀ ਪ੍ਰੈਜ਼ੈਂਟ ਮੂਮੈਂਟਸ ਆਪਾਂ ਕਿਹਨੂੰ ਕਹਿੰਦੇ ਆ? ਹਾਂਜੀ, ਚੱਲ ਰਿਹਾ ਆਪਾਂ, ਚੱਲ ਰਿਹਾ ਟਾਈਮ, ਮੂਮੈਂਟ, ਜੋ ਮੂਮੈਂਟ। ਹਾਂਜੀ, ਵੈਰੀ ਗੁੱਡ, ਬਹੁਤ ਵਧੀਆ, ਸਭ ਦੇ ਆਨਸਰਸ ਕਰੈਕਟ ਨੇ। ਪ੍ਰੈਜ਼ੈਂਟ ਮੂਮੈਂਟਸ ਜੋ ਟਾਈਮ ਹੁਣ ਚੱਲ ਰਹੀ ਹੈ, ਸਭ ਤੋਂ ਵੱਡੀ ਕੁਆਲਿਟੀ ਹੈ ਇਹ ਕਿ ਪ੍ਰੈਜ਼ੈਂਟ ਮੂਮੈਂਟਸ ਤੇ, ਕਿਉਂਕਿ ਹੁਣ ਦੇਖੋ ਨਾ ਤਾਂ ਸਾਡਾ ਪਾਸਟ ਤੇ ਕੋਈ ਵਸ ਹੈ, ਨਾ ਹੀ ਸਾਡਾ ਫਿਊਚਰ ਤੇ ਕੋਈ ਵਸ ਹੈ, ਠੀਕ ਹੈ। ਫਿਊਚਰ ਇੰਨਾ ਕਿ ਹੈ ਕਿ ਹਾਂ ਜੋ ਕੰਮ ਅਸੀਂ ਅੱਜ ਕਰਾਂਗੇ ਕੱਲ ਨੂੰ ਉਹ ਫਿਊਚਰ ਬਣਨਾ ਹੈ ਨਾ, ਉਹ ਰਿਜ਼ਲਟ ਉਹਦਾ ਫਿਊਚਰ ਦੇ ਵਿੱਚ ਦਿਸੂਗਾ ਸਾਨੂੰ। ਅਸੀਂ ਹੁਣ ਕੀ ਕਰਨਾ ਹੈ, ਅਸੀਂ ਪ੍ਰੈਜ਼ੈਂਟ ਮੂਮੈਂਟਸ ਨੂੰ ਇੰਜੋਏ ਕਰਨਾ ਹੈ। ਪ੍ਰੈਜ਼ੈਂਟ ਮੂਮੈਂਟਸ ਦੇ ਵਿੱਚ ਇਹੋ ਜਿਹੇ ਕੰਮ ਕਰਨੇ ਆ ਕਿ ਸਾਨੂੰ ਕੱਲ ਨੂੰ ਉਹੀ ਰਿਜ਼ਲਟ ਸਾਨੂੰ ਵਧੀਆ ਮਿਲੇ, ਕੱਲ ਨੂੰ ਉਹੀ ਚੀਜ਼ ਕੋਈ ਅਸੀਂ ਅੱਜ ਕੋਈ ਪ੍ਰੋਡਕਟਿਵ ਚੀਜ਼ ਕਰਾਂਗੇ ਕੱਲ ਨੂੰ ਉਹਦਾ ਹੀ ਸਾਨੂੰ ਬੈਨੀਫਿਟ ਹੋਊਗਾ। ਹੁਣ ਪ੍ਰੈਜ਼ੈਂਟ ਮੂਮੈਂਟਸ, ਇਹ ਚੱਲ ਰਿਹਾ ਟਾਈਮ ਆ, ਸਾਨੂੰ ਨਹੀਂ ਪਤਾ ਸਾਡਾ ਫਿਊਚਰ, ਸਾਡੇ ਕੋਲ ਕਿੰਨਾ ਕੁ ਟਾਈਮ ਆ, ਕਿਸੇ ਨੂੰ ਨਹੀਂ ਪਤਾ।
ਸੋ ਅਸੀਂ ਕਿਉਂ ਆਪਣਾ ਟਾਈਮ ਏਦਾਂ ਹੀ ਯੂਜ਼ਲੈਸ ਵਰੀਜ਼ ਦੇ ਵਿੱਚ ਵੇਸਟ ਕਰਦੇ ਆ? ਸਾਡੇ ਹੱਥ ਵਿੱਚ ਕੁਝ ਨਹੀਂ ਆ, ਅਸੀਂ ਸਿਰਫ ਪ੍ਰੈਜ਼ੈਂਟ ਟਾਈਮ ਸਾਡੇ ਹੱਥ ਦੇ ਵਿੱਚ ਹੈ, ਇਹਨੂੰ ਕਿੱਦਾਂ ਮਰਜ਼ੀ ਅਸੀਂ ਯੂਜ਼ ਕਰ ਸਕਦੇ ਹਾਂ। ਚਾਹੇ ਇਹਨੂੰ ਚੰਗੇ ਕੰਮਾਂ ਦੇ ਵਿੱਚ ਯੂਜ਼ ਕਰ ਲਓ, ਚਾਹੇ ਇਹਨੂੰ ਬਸ ਯੂਜ਼ਲੈਸ ਵਰੀਜ਼ ਦੇ ਵਿੱਚ ਜਾਂ ਸਟ੍ਰੈਸ ਦੇ ਵਿੱਚ ਇਹਨੂੰ ਅਸੀਂ ਵੇਸਟ ਕਰ ਦਈਏ। ਸੋ ਪ੍ਰੈਜ਼ੈਂਟ ਮੂਵਮੈਂਟਸ ਨੂੰ ਜੇ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਫਸਟ ਥਿੰਗ ਜਿਹੜੀ ਆਪਾਂ ਨੂੰ ਛੱਡਣੀ ਪੈਣੀ ਹੈ, ਆਪਣੀ ਹੈਬਿਟ ਬਣ ਚੁੱਕੀ ਹੈ, ਆਪਾਂ ਜਿਹੜੀ ਟੈਨਸ਼ਨ ਲੈਂਦੇ ਹਾਂ। ਟੈਨਸ਼ਨ ਫ੍ਰੀ ਆਪਾਂ ਹੋ ਕਿੱਦਾਂ ਸਕਦੇ ਹਾਂ? ਆਪਣੀਆਂ ਸਾਰੀਆਂ ਵਰੀਜ਼ ਕਿਵੇਂ ਦੂਰ ਹੋਣਗੀਆਂ? ਆਪਾਂ ਟੈਨਸ਼ਨ ਲੈਂਦੇ ਆ ਕਿ ਮੇਰਾ ਕੱਲ ਨੂੰ ਕੀ ਬਣੂ, ਹਨਾ, ਮੈਂ ਕੀ ਕਰੂੰ, ਮੈਂ ਕੀ ਲਾਈਫ 'ਚ ਬਣਨਾ ਹੈ, ਜੇ ਮੈਂ ਇਹ ਨਾ ਬਣਿਆ ਤਾਂ ਕੀ ਐ ਹੋ ਜਾਊਗਾ। ਸੋ ਟੈਨਸ਼ਨ ਦਾ ਤਾਂ ਕੋਈ ਨਹੀਂ, ਟੈਨਸ਼ਨ ਦਾ ਤਾਂ ਕੋਈ ਇੱਥੇ ਰੀਜ਼ਨ ਹੀ ਹੈ ਨਹੀਂਗਾ, ਨਾ ਕੋਈ ਪਲੱਸ ਪੁਆਇੰਟ ਆ, ਕਿਉਂਕਿ ਆਪਾਂ ਨੂੰ ਪਤਾ ਆਪਾਂ ਖੁਦ ਨਹੀਂ ਇੱਥੇ ਆਏ, ਕਿਸੇ ਨੇ ਆਪਾਂ ਨੂੰ ਇੱਥੇ ਭੇਜਿਆ ਤੇ ਵਾਪਸ ਅਸੀਂ ਉਹਨਾਂ ਕੋਲ ਹੀ ਜਾਣਾ। ਸੋ ਆਪਣਾ ਮੋਟਿਵ ਇੰਨਾ ਕੁ ਹੋਣਾ ਚਾਹੀਦਾ ਕਿ ਪ੍ਰੈਜ਼ੈਂਟ ਮੂਵਮੈਂਟਸ ਨੂੰ ਇਹੋ ਜਿਹੇ ਵੇ ਦੇ ਵਿੱਚ ਆਪਾਂ ਯੂਟੀਲਾਈਜ਼ ਕਰੀਏ, ਖੁਸ਼ ਰਹੀਏ, ਦੂਸਰਿਆਂ ਨੂੰ ਖੁਸ਼ ਰੱਖੀਏ, ਨਵਾਂ ਸਿੱਖੀਏ ਤੇ ਕੁਝ ਨਵੀਆਂ ਚੀਜ਼ਾਂ ਦੂਸਰਿਆਂ ਨੂੰ ਸਿਖਾਈਏ। ਪ੍ਰੈਜ਼ੈਂਟ ਮੂਵਮੈਂਟਸ ਇਹ ਬਹੁਤ ਜ਼ਿਆਦਾ ਵੱਡੀ ਕੁਆਲਿਟੀ ਹੈ ਤੇ ਜਿਸ ਦੇ ਵਿੱਚ ਇਹ ਕੁਆਲਿਟੀ ਆ ਗਈ, ਤੁਹਾਨੂੰ ਖੁਦ ਨੂੰ ਇੰਪਰੂਵਮੈਂਟ ਪਤਾ ਚੱਲਣ ਲੱਗ ਜੂਗੀ। ਸੋ ਸੈਕਿੰਡ ਹੈ ਜੀ ਆਪਣਾ ਸੈਟਿਸਫੈਕਸ਼ਨ। ਹਾਂਜੀ, ਸੈਟਿਸਫੈਕਸ਼ਨ ਦਾ ਪੰਜਾਬੀ ਦੇ ਵਿੱਚ ਮੀਨਿੰਗ ਕੋਈ ਦੱਸ ਸਕਦਾ ਹੈ ਜੀ? ਸੈਟਿਸਫੈਕਸ਼ਨ ਆਪਾਂ ਕਹਿੰਦੇ ਆ ਨਾ ਕਿ ਉਹ ਪਰਸਨ ਬਹੁਤ ਸੈਟਿਸਫਾਈਡ ਆ, ਦਾ ਕੀ ਮਤਲਬ ਹੁੰਦਾ? ਸੰਤੁਸ਼ਟੀ। ਹਾਂ, ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ, ਸੰਤੁਸ਼ਟੀ। ਸੈਟਿਸਫੈਕਸ਼ਨ ਸੰਤੁਸ਼ਟੀ ਨੂੰ ਕਹਿੰਦੇ ਆ ਕਿ ਅਸੀਂ ਇਹ ਵੀ ਆਪਾਂ ਦੇਖਣਾ ਕਿ ਆਪਾਂ ਆਪਣੀ ਲਾਈਫ ਦੇ ਵਿੱਚ ਸੈਟਿਸਫਾਈ ਹੈਗੇ ਆ। ਅੱਜ ਕੱਲ ਇੰਨੀਆਂ ਕੁ ਜ਼ਿਆਦਾ ਡਿਮਾਂਡਸ ਵੱਧ ਚੁੱਕੀਆਂ ਨੇ, ਆਪਾਂ ਨੂੰ ਇੰਨੀ ਕੁ ਜ਼ਿਆਦਾ ਡਿਮਾਂਡ ਰਹਿੰਦੀ ਆ ਕਿ ਆਪਾਂ ਇਹ ਨਹੀਂ ਦੇਖਦੇ ਕਿ ਸਾਡੇ ਕੋਲ ਕੀ ਚੀਜ਼ ਹੈਗੀ ਆ। ਹੋਰ ਚੀਜ਼ ਪਾਉਣ ਦੇ ਚੱਕਰ ਦੇ ਵਿੱਚ ਜੋ ਚੀਜ਼ ਸਾਡੇ ਕੋਲ ਹੈਗੀ ਆ ਅਸੀਂ ਉਹਦਾ ਤਾਂ ਕਦੇ ਆਨੰਦ ਲਿਆ ਹੀ ਨਹੀਂ। ਬਹੁਤ ਸਾਰੇ ਹੁਣ ਹੁੰਦੇ ਆ ਹਨਾ, ਜਿਹੜੇ ਕੰਪਲੇਨ ਕਰਦੇ ਆ ਕਿ ਮੇਰੇ ਕੋਲ ਇਹ ਚੀਜ਼ ਹੈ ਨੀ ਗੀ, ਜੇ ਮੇਰੇ ਕੋਲ ਵੱਡਾ ਘਰ ਹੁੰਦਾ, ਐਸ਼ੋ ਆਰਾਮ ਹੁੰਦੇ, ਜ਼ਿਆਦਾ ਪੈਸਾ ਹੁੰਦਾ ਤਾਂ ਮੈਂ ਬਹੁਤ ਇੰਜੋਏ ਕਰਨਾ ਸੀ ਆਪਣੀ ਲਾਈਫ, ਸੱਚੀ ਜ਼ਿੰਦਗੀ ਦਾ ਮਜ਼ਾ ਆ ਜਾਣਾ ਸੀ ਜੇ ਮੇਰੇ ਕੋਲ ਪੈਸਾ ਹੁੰਦਾ। ਪਰ ਤੁਸੀਂ ਦੇਖਿਓ ਕਦੇ ਪੈਸੇ ਵਾਲੇ ਵੀ ਇੱਥੇ ਬਹੁਤ ਜ਼ਿਆਦਾ ਦੁਖੀ ਨੇ। ਸੋ ਇਹ ਕੋਈ ਮੈਟਰ ਨਹੀਂ ਕਰਦਾ ਕਿ ਜੇ ਪੈਸਾ ਹੈ ਸਾਡੇ ਕੋਲ ਤਾਂ ਅਸੀਂ ਤਾਂ ਹੀ ਸੁਖੀ ਰਹਿ ਸਕਦੇ ਹਾਂ। ਚੀਜ਼ ਕੀ ਮੈਟਰ ਕਰਦੀ ਹੈ ਕਿ ਅਸੀਂ ਖੁਸ਼ ਰਹਿਣਾ, ਅਸੀਂ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਜਿਉਣਾ, ਉਹ ਸਾਡੀ ਅਕਲ, ਸਾਡੀ ਸਿਆਣਪ, ਸਾਡੀ ਮੱਤ ਉਹ ਮੈਟਰ ਕਰਦੀ ਆ। ਜਿਸ ਨੂੰ ਅਕਲ ਹੈ ਕਿ ਉਸਨੇ ਆਪਣੀ ਲਾਈਫ ਦੇ ਵਿੱਚ ਕਿਹੜੇ ਤਰੀਕੇ ਨਾਲ ਕਿਸ ਰਸਤੇ ਤੇ ਜਾਣਾ ਹੈ, ਉਹ ਆਪਣੀ ਲਾਈਫ 'ਚ ਖੁਸ਼ ਹੀ ਰਹੂਗਾ। ਹੁਣ ਸੈਟਿਸਫੈਕਸ਼ਨ ਦੀ ਗੱਲ ਕਰੀਏ ਤਾਂ ਸਾਡੇ ਕੋਲ ਜੇ ਆਪਾਂ ਦੇਖੀਏ ਸਾਡੇ ਕੋਲ ਬਹੁਤ ਕੁਛ ਹੈ। ਇਹ ਲਾਈਫ ਤੁਸੀਂ ਦੇਖੋ, ਇਹ ਵਰਲਡ ਦੇ ਵਿੱਚ ਹਨਾ ਬਹੁਤ ਵੇਰੀਏਸ਼ਨਸ ਨੇ, ਬਹੁਤ ਤਰ੍ਹਾਂ ਦੇ ਲੋਕ ਨੇ, ਗਰੀਬ ਤੋਂ ਗਰੀਬ ਨੇ, ਅਮੀਰ ਤੋਂ ਅਮੀਰ ਨੇ। ਹੁਣ ਇੱਕ ਵਾਰ ਦੇਖਿਓ ਤੁਸੀਂ, ਅਮੀਰ ਕੌਣ ਨੇ, ਉਹ ਕਿੱਦਾਂ ਬਣੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਥਿੰਕਿੰਗ ਸੀ, ਉਹਨਾਂ ਦੀ ਜਿਹੜੀ ਸੋਚਣ ਦਾ ਤਰੀਕਾ ਸੀ ਉਹ ਸਟਰੋਂਗ ਸੀ, ਉਹ ਤਾਂ ਆਪਣੀ ਲਾਈਫ ਦੇ ਵਿੱਚ ਸਕਸੈਸ ਨੇ। ਤੇ ਜੋ ਪਰਸਨ ਆਪਣੀ ਸੋਚ ਨੂੰ ਉੱਥੇ ਰੱਖ ਕੇ ਹੀ ਜਿਉਂਦਾ ਬਸ ਵੀ ਹਾਂ ਠੀਕ ਹੈ ਜੋ ਹੈ ਠੀਕ ਹੈ, ਬਸ ਆਪਾਂ ਨੂੰ ਆਪਣੀ ਮਾਈਂਡ ਸੈਟ ਚੇਂਜ ਕਰਨੀ ਪੈਣੀ ਆ, ਵਿਊ ਆਫ ਪੁਆਇੰਟ ਆਪਾਂ ਨੂੰ, ਪੁਆਇੰਟ ਆਫ ਵਿਊ ਆਪਾਂ ਨੂੰ ਚੇਂਜ ਕਰਨਾ ਪੈਣਾ, ਤਾਂ ਚੀਜ਼ਾਂ ਚੇਂਜ ਹੋਣਗੀਆਂ। ਸੈਟਿਸਫੈਕਸ਼ਨ ਦੀ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਹੁਣ ਆਪਣੇ ਵਿੱਚੋਂ ਬਹੁਤ ਤਾਂ ਹਾਂ ਜਿਨ੍ਹਾਂ ਕੋਲ ਭਾਵੇਂ ਬਹੁਤ ਕੁਛ ਨਹੀਂ ਹੈ, ਆਪਣੇ ਕੋਲ ਭਾਵੇਂ ਬਹੁਤ ਚੀਜ਼ਾਂ ਨਹੀਂ ਹੈਗੀਆਂ, ਉਹ ਫਿਰ ਵੀ ਆਪਣੀ ਲਾਈਫ ਦੇ ਵਿੱਚ ਖੁਸ਼ ਨੇ, ਬਹੁਤ ਇਹੋ ਜਿਹੇ ਹੋਣਗੇ। ਪਰ ਉਹਨਾਂ ਵਿੱਚੋਂ ਕੁਝ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਕੋਲ ਸਭ ਕੁਝ ਹੈ ਬਟ ਉਹ ਆਪਣੀ ਲਾਈਫ ਦੇ ਵਿੱਚ ਨਹੀਂ ਖੁਸ਼। ਸੈਟਿਸਫੈਕਸ਼ਨ ਸਾਡੇ ਵਿੱਚ ਆਊਗੀ ਕਿਵੇਂ? ਹੁਣ ਆਪਣੇ ਸਭ ਕੋਲ ਬਹੁਤ ਵੱਡੀ ਚੀਜ਼ ਹੈ, ਆਪਣੇ ਸਭ ਕੋਲ ਜ਼ਿੰਦਗੀ ਹੈ, ਟਾਈਮ ਹੈ, ਜੋ ਕਿਸੇ ਕਿਸੇ ਨੂੰ ਹੀ ਨਸੀਬ ਹੁੰਦਾ। ਸੈਕਿੰਡ ਚੀਜ਼ ਆਪਣੇ ਕੋਲ ਕੀ ਹੈ? ਵਾਹਿਗੁਰੂ ਨੇ ਆਪਾਂ ਨੂੰ ਤੰਦਰੁਸਤੀ ਬਖਸ਼ੀ ਹੋਈ ਹੈ। ਇਸ ਤੋਂ ਵੀ ਵੱਡੀ ਚੀਜ਼ ਹੈ ਜੋ ਸਾਨੂੰ ਚਾਹੀਦੀ ਹੈ, ਐਨੀਬਡੀ ਕੈਨ ਟੈਲ ਮੀ ਕਿ ਉਹ ਕੀ ਚੀਜ਼ ਹੈ ਜੋ ਆਪਣੀ, ਆਪਾਂ ਸਾਰੇ ਸ਼ੁਕਰਗੁਜ਼ਾਰ ਹੁੰਦੇ ਹਾਂ ਹਨਾ ਕਿ ਸਾਨੂੰ ਸ਼ੁਕਰ ਆ ਵਾਹਿਗੁਰੂ ਤੁਸੀਂ ਮੈਨੂੰ ਤੰਦਰੁਸਤੀ ਬਖਸ਼ੀ ਹੈ, ਮੇਰੇ ਕੋਲ ਪੂਰਾ ਸਰੀਰ ਹੈ। ਪਰ ਇਸ ਤੋਂ ਵੀ ਕੋਈ ਵੱਡੀ ਚੀਜ਼ ਦੱਸ ਸਕਦੇ ਕੀ ਹੈ? ਹਾਂਜੀ, ਦੱਸ ਸਕਦਾ ਕੋਈ? ਵੈਰੀ ਗੁੱਡ, ਇੱਕ ਦਾ ਆਨਸਰ ਆਇਆ ਜੀ। ਦੇਖੋ ਹੁਣ ਬੋਡੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਹਾਂਜੀ ਇਹ ਵੀ ਵਾਹਿਗੁਰੂ ਨੇ ਆਪਾਂ ਨੂੰ ਬਖਸ਼ੀ ਆ,
ਪਰ ਇਸ ਦਾ ਵੀ ਕੋਈ ਫਾਇਦਾ ਨਹੀਂ ਹੈ ਜੇ ਸਾਡੇ ਕੋਲ ਅਕਲ, ਸਮਝ, ਸਿਆਣਪ ਨਹੀਂ ਹੈ। ਤੁਸੀਂ ਦੇਖੋ, ਸੈਟੀਸਫੈਕਸ਼ਨ ਇੱਕ ਇਹੋ ਜਿਹੀ ਚੀਜ਼ ਹੈ ਨਾ ਜੋ ਜ਼ਿੰਦਗੀ ਦਾ ਸਾਰਾ ਮਜ਼ਾ ਲਿਆ ਦੂ, ਸਾਨੂੰ ਸਾਰਾ ਸਵਾਦ ਲਿਆ ਦੂ ਜ਼ਿੰਦਗੀ ਦਾ। ਸੈਟੀਸਫੈਕਸ਼ਨ ਇੱਕ ਇਹੋ ਜਿਹੀ ਚੀਜ਼ ਆ, ਤੇ ਇਹ ਕਿੱਥੋਂ ਆਊਗੀ ਸਾਡੇ ਕੋਲ? ਸਾਡੀ ਸਮਝ ਤੋਂ, ਸਾਡੀ ਸਿਆਣਪ ਤੋਂ। ਦੇਖੋ, ਆਪਾਂ ਕਹਿ ਸਕਦੇ ਹਾਂ, ਕਿਉਂਕਿ ਹੁਣ ਆਪਣੇ ਵਰਲਡ ਆ, ਬਹੁਤ ਸਾਰੇ ਹੈਂਡੀਕੈਪਡ ਲੋਕ ਵੀ ਨੇ, ਹਨਾ। ਕਿਸੇ ਐਕਸੀਡੈਂਟ ਵਿੱਚ ਕਿਸੇ ਨੂੰ ਕੁਝ ਹੋ ਜਾਂਦਾ, ਉਹਨਾਂ ਦੀ ਬੋਡੀ ਪੂਰੀ ਤਰ੍ਹਾਂ ਸਹੀ ਨਹੀਂ ਹੁੰਦੀ। ਤੁਸੀਂ ਦੇਖੋ, ਆਪਣੇ ਵਰਲਡ ਦੇ ਵਿੱਚ ਨਾ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਕੋਲ ਪੂਰੀ ਬੋਡੀ ਨਹੀਂ, ਫਿਰ ਵੀ ਉਹ ਸਕਸੈਸਫੁਲ ਨੇ। ਸੈਟੀਸਫੈਕਸ਼ਨ ਦੇ ਜ਼ਰੀਏ ਉਹ ਅੱਜ ਆਪਣੀ ਲਾਈਫ ਦੇ ਵਿੱਚ ਖੁਸ਼ ਨੇ। ਆਪਾਂ ਕੀ ਕਹਿ ਸਕਦੇ ਹਾਂ ਕਿ ਵਾਹਿਗੁਰੂ ਨੇ ਸਾਨੂੰ ਸਭ ਨੂੰ ਉਹ ਚੀਜ਼ ਬਖਸ਼ੀ ਹੈ, ਦਿਮਾਗ। ਹੈਂਡੀਕੈਪਡ ਲੋਕਾਂ ਕੋਲ ਵੀ ਉਹ ਹੈ। ਵਾਹਿਗੁਰੂ ਨੇ ਸਭ ਨੂੰ ਉਹ ਚੀਜ਼ ਦਿੱਤੀ ਹੈ, ਤੇ ਉਹੀ ਆਪਣੀ ਫੰਡਾਮੈਂਟਲ ਯੂਨਿਟ ਹੈ। ਆਪਣੀ ਲਾਈਫ ਆਪਾਂ ਆਪਣੇ ਦਿਮਾਗ 'ਚ ਜਿਸ ਦਿਨ ਇਹ ਚੀਜ਼ ਬੈਠ ਗਈ ਨਾ ਕਿ ਸੈਟੀਸਫੈਕਸ਼ਨ ਮੇਰੇ ਕੋਲ ਚਾਹੀਦੀ ਹੈ, ਮੈਨੂੰ, ਮੈਂ ਸੈਟਿਸਫਾਈ ਰਹਿਣਾ ਹੈ। ਸੈਟਿਸਫਾਈ ਦਾ ਆਪੋਜ਼ਿਟ ਹੋ ਗਿਆ ਗਰੀਡੀ। ਸੈਟਿਸਫਾਈ ਪਰਸਨ ਉਹ ਆਪਣੀ ਲਾਈਫ ਦੇ ਵਿੱਚ ਜਿਹੜਾ ਬੰਦਾ ਨਾ 2 ਟਾਈਮ ਦੀ ਰੋਟੀ ਖਾ ਕੇ ਵੀ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਦਾ ਕਿ ਵਾਹਿਗੁਰੂ ਮੈਂ ਬਹੁਤ ਤੁਹਾਡਾ ਥੈਂਕ ਯੂ ਕਰਦਾ ਕਿ ਤੁਸੀਂ ਅੱਜ ਮੈਨੂੰ 2 ਟਾਈਮ ਦੀ ਰੋਟੀ ਬਖਸ਼ਤੀ। ਅੱਜ ਮੈਂ ਆਪਣਾ ਪੇਟ ਭਰ ਕੇ ਅੱਜ ਮੈਂ ਘਰੇ ਸੌ ਰਿਹਾ, ਤੁਹਾਡਾ ਬਹੁਤ ਸ਼ੁਕਰੀਆ ਅਦਾ। ਇੱਕ ਪਰਸਨ ਉਹ ਦੇਖ ਲਓ ਜਿਹੜਾ 5 ਸਟਾਰ ਹੋਟਲ 'ਚ ਤੁਸੀਂ ਉਸਨੂੰ ਲੈ ਕੇ, ਉਹਦੇ ਕੋਲ ਸੈਟਿਸਫੈਕਸ਼ਨ ਹੈ ਹੀ ਨਹੀਂ। ਉੱਥੇ ਜਾ ਕੇ ਵੀ ਤੁਸੀਂ ਉਹਨੂੰ 5 ਸਟਾਰ ਹੋਟਲ ਦੇ ਵਿੱਚ ਲੈ ਜਾਓ, ਉੱਥੇ ਜਾ ਕੇ ਵੀ ਉੱਥੋਂ ਦੀ ਕਿਸੇ ਨਾ ਕਿਸੇ ਚੀਜ਼ ਤੋਂ ਉਹਨਾਂ ਨੇ ਕਮੀ ਕੱਢ ਹੀ ਦੇਣੀ ਹੈ। ਸੋ ਕੁਐਸਚਨ ਕੀ ਆ, ਕਮੀ ਕਿੱਥੇ ਰਹਿੰਦੀ ਆ? ਸਾਡੀ ਮਾਈਂਡ ਸੈਟ, ਸਾਡਾ ਪੁਆਇੰਟ ਆਫ ਵਿਊ, ਸਾਡਾ ਨਜ਼ਰੀਆ, ਅਸੀਂ ਚੀਜ਼ਾਂ ਨੂੰ ਕਿਵੇਂ ਦੇਖਦੇ ਹਾਂ। ਸੈਟਿਸਫੈਕਸ਼ਨ ਇਹੋ ਜਿਹੀ ਚੀਜ਼ ਹੈ, ਇੱਕ ਇਹ ਕੁਆਲਿਟੀ ਹੈ ਕਿ ਅਸੀਂ ਇਹ ਸਮਝਦੇ ਹਾਂ ਕਿ ਵਾਹਿਗੁਰੂ ਨੇ ਜਿੰਨਾ ਸਾਨੂੰ ਦਿੱਤਾ ਹੈ ਬਹੁਤ ਹੈ। ਸਭ ਤੋਂ ਵੱਡੀ ਚੀਜ਼ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ, ਸਮਝ ਦਿੱਤੀ ਹੈ ਸਾਨੂੰ ਵਾਹਿਗੁਰੂ ਨੇ। ਵਾਹਿਗੁਰੂ ਆਪ ਸਾਨੂੰ ਹਰੇਕ ਸਿਚੁਏਸ਼ਨ 'ਚ ਪਾਉਂਦੇ ਆ, ਆਪ ਹੀ ਸਾਨੂੰ ਕੱਢਦੇ ਆ। ਉਹਨਾਂ ਨੇ ਸਾਨੂੰ ਸਮਝ ਦਿੱਤੀ ਹੈ ਕਿ ਜੇ ਮੈਂ ਅੱਜ ਮੇਰੇ ਤੇ ਦੁੱਖ ਆਇਆ ਤਾਂ ਮੈਂ ਅੱਗੇ ਕਿੱਦਾਂ ਵਧਣਾ ਹੈ, ਕਿੱਦਾਂ ਜੇ ਮੈਨੂੰ ਕਿਸੇ ਉਲਝਣ ਦੇ ਵਿੱਚ ਪਾਇਆ ਹੈ ਤਾਂ ਮੈਂ ਕਿੱਦਾਂ ਅੱਗੇ ਜਾਣਾ ਹੈ। ਸੋ ਸੈਟਿਸਫਾਈ ਰਹਿਣਾ ਸਿੱਖੋ, ਆਪਣੀ ਲਾਈਫ ਦੇ ਵਿੱਚ ਸੰਤੁਸ਼ਟ ਰਹਿਣਾ ਸਿੱਖੋ ਕਿ ਮੇਰੇ ਕੋਲ ਸਭ ਕੁਝ ਹੈ। ਮੇਰੇ ਕੋਲ ਜੇ ਕੋਈ ਚੀਜ਼ ਮੈਂ ਪਾਉਣੀ ਵੀ ਆ ਤਾਂ ਮੈਂ ਉਹ ਆਪਣੀ ਸਮਝ ਨਾਲ, ਆਪਣੀ ਸਿਆਣਪ ਨਾਲ ਪਾਉਣੀ ਹੈ, ਸਹੀ ਰਸਤੇ ਤੇ ਜਾ ਕੇ ਪਾਉਣੀ ਹੈ। ਅੱਜ ਅਸੀਂ ਹਰ ਇੱਕ ਚੀਜ਼ ਲੈ ਸਕਦੇ ਹਾਂ, ਹਰ ਇੱਕ ਚੀਜ਼ ਹਾਰਡ ਵਰਕ ਦੇ ਜ਼ਰੀਏ ਅਸੀਂ ਲੈ ਸਕਦੇ ਹਾਂ। ਕੋਈ ਵੀ ਡਿਮਾਂਡ, ਇਹ ਮਾਈਨਸ ਪੁਆਇੰਟ ਇੱਥੋਂ ਦਾ ਕੀ ਹੈ ਕਿ ਜਿਹੜੇ ਗਰੀਬੀ ਲੋਕ ਹੁੰਦੇ ਆ, ਲਾਲਚੀ ਲੋਕ ਹੁੰਦੇ ਆ, ਉਹਨਾਂ ਨੂੰ ਐ ਹੁੰਦਾ ਮੇਰੇ ਕੋਲ ਇਹ ਵੀ ਆ ਜੇ, ਇਹ ਵੀ ਆ ਜੇ, ਇਹ ਵੀ ਆ ਜੇ ਤਾਂ ਮੈਂ ਖੁਸ਼ ਹੋ ਜਾਊਂਗਾ। ਪਰ ਉਹਨਾਂ ਦਾ ਜਿਹੜਾ ਇਹ ਲਾਲਚਪਣ ਹੈ ਇਹ ਵੱਧਦਾ ਹੀ ਜਾਂਦਾ ਹੈ। ਸੋ ਅਸੀਂ ਆਪਣੇ ਵਿੱਚ ਇਹ ਗਰੀਡੀਨੈਸ ਨਹੀਂ ਲੈ ਕੇ ਆਉਣੀ, ਅਸੀਂ ਇਹ ਆਪਣੇ ਵਿੱਚ ਲਾਲਚਪਣ ਨਹੀਂ ਲੈ ਕੇ ਆਉਣਾ, ਕਿਉਂਕਿ ਇਹੀ ਲਾਲਚਪਣ ਅੱਗੇ ਟੈਨਸ਼ਨਸ ਲਿਆਊਗਾ, ਸਟ੍ਰੈਸ ਲੈ ਕੇ ਆਊਗਾ, ਡਿਪਰੈਸ਼ਨ ਲੈ ਕੇ ਆਊਗਾ। ਅਸੀਂ ਸੈਟਿਸਫਾਈ ਰਹਿਣਾ ਹੈ ਕਿ ਮੇਰੇ ਕੋਲ ਜਿੰਨਾ ਕੁਝ ਹੈ ਮੇਰੇ ਕੋਲ ਬਹੁਤ ਹੈ। ਸੋ ਆਪਣੀ ਨੈਕਸਟ ਹੈ ਜੀ, ਗੁਰਬਾਣੀ ਦਾ ਫਰਮਾਨ ਹੈ ਜੀ, ਮਨ ਮੂਰਖ ਕਾਹੇ ਬਿਲ ਲਾਈਐ, ਪੂਰਵ ਲਿਖੇ ਕਾ ਲਿਖਿਆ ਪਾਈਐ। ਹੇ ਮੂਰਖ ਮਨ, ਦੁੱਖ ਮਿਲਣ ਤੇ ਕਿਉਂ ਬਿਰਲਾਪ ਕਰਦਾ ਹੈ? ਤੈਨੂੰ ਉਹ ਕੁਝ ਹੀ ਮਿਲੇਗਾ ਜਿਹੋ ਜਿਹਾ ਤੂੰ ਬੀਜਿਆ ਸੀ। ਅਸੀਂ ਜੋ ਕੁਝ ਅੱਜ ਕਰ ਰਹੇ ਹਾਂ ਫਿਊਚਰ ਦੇ ਵਿੱਚ ਉਸੇ ਦਾ ਹੀ ਰਿਜ਼ਲਟ ਆਉਣਾ ਹੈ। ਪੂਰਵ ਲਿਖੇ ਕਾ ਲਿਖਿਆ ਪਾਈਏ, ਜੋ ਕੁਝ ਅੱਜ ਕਰੋਗੇ, ਜੋ ਕੁਝ ਅੱਜ ਕਿਸੇ ਨੂੰ ਦਵੋਗੇ, ਕੱਲ ਨੂੰ ਵਾਪਸ ਤੁਹਾਡੇ ਕੋਲ ਹੀ ਆਏਗਾ। ਸੋ ਸੈਟਿਸਫਾਈ ਰਹੀਏ, ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰੀਏ ਕਿ ਵਾਹਿਗੁਰੂ ਤੁਸੀਂ ਅੱਜ ਦਾ ਸਾਨੂੰ ਦਿਨ ਦਿਖਾਇਆ ਹੈ, ਅੱਜ ਸਾਨੂੰ ਪੇਟ ਭਰ ਰੋਟੀ ਦਿੱਤੀ ਹੈ, ਇੰਨੀ ਸੋਹਣੀ ਕੁਦਰਤ ਦਿੱਤੀ ਹੈ। ਦੇਖੋ, ਮੈਂ ਇੱਕ ਬੁੱਕ ਪੜ੍ਹ ਰਹੀ ਹਾਂ, ਜਿਹੜੀ ਬੁੱਕ ਸ਼ੇਅਰ ਕੀਤੀ ਹੋਈ ਹੈ ਗਰੁੱਪ ਦੇ ਵਿੱਚ, ਅਸਲ ਵਿਦਿਆ। ਉਸ ਦੇ ਵਿੱਚ ਰਾਈਟਰ ਨੇ ਆਪਣੇ ਨਾਲ ਇੱਕ ਕੋਈ ਇੰਸੀਡੈਂਟ ਦੱਸੀ ਸੀਗੀ ਕਿ ਇੱਕ ਵਾਰ ਰਾਈਟਰ ਹੁੰਦੇ ਆ ਹਨਾ, ਉੱਥੇ ਸੜਕ ਤੇ ਕੋਈ ਪਰਸਨ ਖੜਾ ਹੁੰਦਾ, ਉਸਦੇ ਕੋਲ ਅੱਖਾਂ ਨਹੀਂ ਹੁੰਦੀਆਂ ਤੇ ਬਲਾਈਂਡ ਹੁੰਦੇ ਆ ਉਹ, ਉਹਨਾਂ ਨੇ ਰੋਡ ਕ੍ਰੋਸ ਕਰਨਾ ਹੁੰਦਾ ਤਾਂ ਰਾਈਟਰ ਉਹਨਾਂ ਦੀ ਹੈਲਪ ਕਰਦੇ ਆ। ਤੇ ਫਿਰ ਉਹ ਗੁਰਦੁਆਰਾ ਸਾਹਿਬ ਜਾਣਾ ਹੁੰਦਾ, ਉਹ ਬਲਾਈਂਡ ਪਰਸਨ ਨੇ, ਉਹ ਜਦੋਂ ਸੜਕ ਕ੍ਰਾਸ ਰਾਈਟਰ ਕਰਵਾ ਦਿੰਦੇ ਆ, ਉਹ ਰਾਈਟਰ ਨੂੰ ਬਹੁਤ ਆਪਣੇ ਤੇ ਐਂ ਜਿਹਾ ਹੁੰਦਾ ਹਨਾ ਵੀ ਮੈਨੂੰ ਵਾਹਿਗੁਰੂ ਨੇ ਦੇਖੋ ਮੈਨੂੰ ਅੱਖਾਂ ਦੀ ਦਾਤ ਬਖਸ਼ੀ ਹੈ, ਮੈਂ ਇਹ ਅੱਖਾਂ ਨਾਲ ਇੰਨੀ ਸੋਹਣੀ ਕੁਦਰਤ ਹੈ ਜਿਹੜੀ ਵਾਹਿਗੁਰੂ ਦੀ, ਇੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਮੈਂ ਵੇਖ ਸਕਦਾ। ਪਰ ਆਪਾਂ ਕਦੇ ਵੀ ਥੈਂਕ ਯੂ ਕੀਤਾ ਵਾਹਿਗੁਰੂ ਦਾ ਕਿ ਵਾਹਿਗੁਰੂ ਸੁਣਨ ਨੂੰ ਕੰਨ ਦਿੱਤੇ ਹੈ, ਨੱਕ ਦਿੱਤਾ ਹੈ, ਅਸੀਂ ਸਵਾਸ ਲੈ ਸਕਦੇ ਹਾਂ,
ਜ਼ੁਬਾਨ ਦਿੱਤੀ ਆ ਅਸੀਂ ਬੋਲ ਸਕਦੇ ਹਾਂ, ਅੱਖਾਂ ਦਿੱਤੀਆਂ ਅਸੀਂ ਵੇਖ ਸਕਦੇ ਹਾਂ, ਹੱਥ ਦਿੱਤੇ ਆ ਕੰਮ ਕਰ ਸਕਦੇ ਹਾਂ, ਪੈਰ ਦਿੱਤੇ ਆ ਚੱਲ ਸਕਦੇ ਹਾਂ। ਕਿੰਨੀਆਂ ਚੀਜ਼ਾਂ ਨੇ ਆਪਣੇ ਕੋਲ, ਇੱਕ ਇੱਕ ਇੰਨੀ ਇੰਪੋਰਟੈਂਟ ਚੀਜ਼ ਆ ਕਿ ਆਪਾਂ ਕੁਝ ਵੀ ਕਰ ਸਕਦੇ ਹਾਂ। ਵਾਹਿਗੁਰੂ ਦੀ ਦਾਤ ਨੂੰ ਮਾਣ ਸਕਦੇ ਹਾਂ, ਇੰਨੀ ਸੋਹਣੀ ਕੁਦਰਤ। ਰਾਈਟਰ ਉਦੋਂ ਰਾਈਟਰ ਕਹਿੰਦੇ ਮੈਨੂੰ ਬਹੁਤ ਪਛਤਾਵਾ ਹੁੰਦਾ ਕਿ ਆਪਾਂ ਵਾਹਿਗੁਰੂ ਦਾ ਥੈਂਕ ਯੂ ਹੀ ਨਹੀਂ ਕਰਦੇ ਕਦੇ। ਕਿ ਸਾਡੇ ਕੋਲ ਵਰਲਡ ਦੀ ਸਟਰੋਂਗੈਸਟ ਚੀਜ਼ ਸਾਡੇ ਕੋਲ ਹੈਗੀ ਆ, ਸਾਡੀ ਬੋਡੀ। ਹਰ ਇੱਕ ਚੀਜ਼ ਵਾਹਿਗੁਰੂ ਨੇ ਸਾਨੂੰ ਸਭ ਨੂੰ ਦਿੱਤੀ ਹੈ। ਤੇ ਜਿਹੜਾ ਬਲਾਈਂਡ ਪਰਸਨ ਹੁੰਦਾ ਨਾ, ਉਹ ਮਤਲਬ ਫੀਲ ਕਰਦਾ, ਉਹ ਰਾਈਟਰ ਨਾਲ ਗੱਲ ਕਰਨ ਵਕਤ ਕਹਿੰਦਾ ਕਿ ਮੈਨੂੰ ਇਹ ਫੀਲ ਹੋ ਰਿਹਾ ਕਿ ਬੱਚੇ ਇੱਥੇ ਖੇਡ ਰਹੇ ਨੇ, ਅੱਜ ਬਾਰਿਸ਼ ਵਾਲਾ ਮੌਸਮ ਹੈ। ਮਤਲਬ ਉਹ ਬਲਾਈਂਡ ਪਰਸਨ ਵੀ ਇੰਜੋਏ ਕਰ ਰਿਹਾ ਹੈ ਵਿਦਆਊਟ ਆਈ ਸਾਈਟ, ਬਿਨਾਂ ਅੱਖਾਂ ਦੇ, ਬਿਨਾਂ ਕੁਛ ਦੇਖੇ ਵੀ ਉਹ ਫੀਲ ਕਰ ਰਿਹਾ, ਉਹਨੂੰ ਖੁਸ਼ੀ ਹੋ ਰਹੀ ਹੈ, ਖੁਸ਼ੀ ਲੈ ਰਿਹਾ ਉਹ। ਸੋ ਦੇਖੋ ਆਪਾਂ ਆਪਣੇ ਕੋਲ ਸਭ ਕੁਝ ਹੈ, ਆਪਾਂ ਤਾਂ ਵੀ ਨਹੀਂ ਇੰਜੋਏ ਕਰ ਰਹੇ। ਸੈਕਿੰਡ ਹੈ ਜੀ ਆਪਣਾ ਹੋ ਗਿਆ ਸੈਟਿਸਫੈਕਸ਼ਨ। ਥਰਡ ਹੈ ਜੀ ਪੋਜ਼ਿਟਿਵਿਟੀ। ਬਹੁਤ ਗੱਲ ਹੋ ਚੁੱਕੀ ਹੈ ਪੋਜ਼ਿਟਿਵਿਟੀ ਤੇ ਬਹੁਤ ਲੈਕਚਰਸ ਦੇ ਵਿੱਚ। ਹਾਂਜੀ, ਪੋਜ਼ਿਟਿਵਿਟੀ ਕੀ ਹੁੰਦੀ ਹੈ? ਪੋਜ਼ਿਟਿਵਿਟੀ ਸਕਾਰਾਤਮਕਤਾ, ਚੰਗੀ ਸੋਚ, ਆਸ਼ਾਵਾਦੀ। ਹਾਂਜੀ, ਗੁੱਡ ਥਾਟਸ, ਨੋਰਮਲ ਥਿੰਕਿੰਗ। ਪੋਜ਼ਿਟਿਵਿਟੀ ਨੋਰਮਲ ਥਿੰਕਿੰਗ ਸਾਡੇ ਸਭ ਕੋਲ ਹੁੰਦੀ ਹੈ, ਬਟ ਪੋਜ਼ਿਟਿਵਿਟੀ ਹੈ ਜੋ ਕਿਸੇ ਕਿਸੇ ਕੋਲ ਹੁੰਦੀ ਹੈ। ਗੁੱਡ ਥਿੰਕਿੰਗ। ਹਾਂਜੀ, ਪੋਜ਼ਿਟਿਵਿਟੀ ਦਾ ਮੀਨਿੰਗ ਹੈ ਸਕਾਰਾਤਮਕ, ਵਧੀਆ ਵਿਚਾਰ। ਆਸ਼ਾਵਾਦੀ, ਆਸ਼ਾਵਾਦੀ ਦੇ ਉਲਟ ਹੁੰਦਾ ਨੈਗੇਟਿਵਿਟੀ, ਨਿਰਾਸ਼ਾਵਾਦੀ। ਪੋਜ਼ਿਟਿਵਿਟੀ ਆਸ਼ਾਵਾਦੀ, ਆਪਸ ਦੇ ਵਿੱਚ ਆਪਣੇ ਆਪ ਦੇ ਵਿੱਚ ਆਸ ਹੈ, ਇੱਕ ਸਾਡੇ ਅੰਦਰੋਂ ਉਤਸ਼ਾਹ ਹੈ, ਇੱਕ ਪੋਜ਼ਿਟਿਵਿਟੀ। ਉੱਥੇ ਗੱਲ ਆ ਗਈ। ਪੋਜ਼ਿਟਿਵਿਟੀ ਕੀ ਹੈ? ਨਜ਼ਰੀਆ। ਸਾਡੇ ਵਿੱਚ ਅਸੀਂ ਪੋਜ਼ਿਟਿਵ ਆ, ਸੈਟੀਸਫੈਕਸ਼ਨ ਦੇ ਨਾਲ ਰਿਲੇਟ ਕਰਦੀ ਹੈ ਕਿਤੇ ਨਾ ਕਿਤੇ ਪੋਜ਼ਿਟਿਵਿਟੀ। ਸੈਟੀਸਫੈਕਸ਼ਨ ਦੇ ਵਿੱਚ ਆਪਾਂ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਸਾਡੇ ਕੋਲ ਸਭ ਕੁਝ ਹੈ। ਪੋਜ਼ਿਟਿਵਿਟੀ ਇੱਕ ਇਹੋ ਜਿਹਾ ਨਜ਼ਰੀਆ ਹੈ ਕਿ ਅਸੀਂ ਚੀਜ਼ਾਂ ਨੂੰ ਇਹੋ ਜਿਹੇ ਤਰੀਕੇ 'ਚ ਦੇਖੀਏ ਕਿ ਜੋ ਕੁਝ ਵੀ ਹੈ ਚੰਗਾ ਹੀ ਹੈ। ਪੋਜ਼ਿਟਿਵਿਟੀ ਇਹ ਕੁਆਲਿਟੀ ਹੈ। ਹੁਣ ਪੋਜ਼ਿਟਿਵਿਟੀ ਸਾਡੇ ਕੋਲ ਇਹ ਵੀ ਬਹੁਤ ਇੰਪੋਰਟੈਂਟ ਕੁਆਲਿਟੀ ਹੈ ਜੋ ਸਾਨੂੰ ਚਾਹੀਦੀ ਹੈ। ਪੋਜ਼ਿਟਿਵਿਟੀ ਕਿਵੇਂ ਆਪਾਂ ਆਪਣੇ ਵਿੱਚ ਪੋਜ਼ਿਟਿਵਿਟੀ ਲਿਆ ਸਕਦੇ ਹਾਂ? ਪੋਜ਼ਿਟਿਵਿਟੀ ਦਾ ਮੇਜਰ ਸੋਰਸ ਦੱਸੋ ਜੀ, ਕੌਣ ਹੈ? ਕਿੱਥੋਂ ਆਪਾਂ ਪੋਜ਼ਿਟਿਵਿਟੀ ਲੈ ਸਕਦੇ ਹਾਂ? ਸੋਰਸ ਆਫ ਪੋਜ਼ਿਟਿਵਿਟੀ ਸਿਮਰਨ, ਗੁਰਬਾਣੀ। ਹਾਂਜੀ, ਗੁਰਬਾਣੀ ਤੋਂ ਪੋਜ਼ਿਟਿਵਿਟੀ ਆਊਗੀ ਜੀ, ਪਰ ਗੁਰਬਾਣੀ ਪੜ੍ਹ ਕੇ ਨਹੀਂ ਆਊਗੀ, ਗੁਰਬਾਣੀ ਨੂੰ ਵਿਚਾਰ ਕੇ ਆਊਗੀ। ਪੜ੍ਹਨ ਤੇ ਵਿਚਾਰਨ ਦੇ ਵਿੱਚ ਬਹੁਤ ਫਰਕ ਹੈ। ਇੱਕ ਚੀਜ਼ ਪੜ੍ਹ ਕੇ ਤੁਸੀਂ ਉਸ ਤੇ ਫੋਕਸ ਕਰਕੇ, ਉਸਨੂੰ ਮਾਈਂਡ 'ਚ ਬਿਠਾ ਕੇ, ਉਸ ਤੇ ਵਿਚਾਰ ਕਰਕੇ ਦੇਖਿਓ ਕਿ ਇਸਦਾ ਮੀਨਿੰਗ ਕੀ ਨਿਕਲਦਾ। ਉਸ ਦਾ ਮੀਨਿੰਗ ਹੀ ਬਹੁਤ ਚੀਜ਼ਾਂ ਨੂੰ ਚੇਂਜ ਕਰ ਦਿੰਦਾ ਹੈ। ਸੋ ਪੋਜ਼ਿਟਿਵਿਟੀ ਹੈ ਆਸ਼ਾਵਾਦੀ ਸੋਚ। ਆਉਣੀ ਕਿੱਥੋਂ ਆ? ਵਾਹਿਗੁਰੂ ਜੀ ਤੋਂ, ਗੁਰਬਾਣੀ ਤੋਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ। ਸਾਡੇ ਕੋਲ ਸਭ ਕੁਝ ਹੈ, ਪੋਜ਼ਿਟਿਵਿਟੀ ਸਾਡੇ ਵਿੱਚ ਆ ਜਾਣੀ ਹੈ। ਆਉਣੀ ਕਿੱਥੋਂ ਹੈ ਇਹ ਵੀ ਸਾਨੂੰ ਪਤਾ ਹੈ, ਪਰ ਇੱਕ ਉਪਰਾਲਾ ਸਾਨੂੰ ਕਰਨਾ ਪੈਣਾ ਹੈ। ਵਾਹਿਗੁਰੂ ਦੇ ਕੋਲ, ਵਾਹਿਗੁਰੂ ਦੇ ਨਾਲ ਸਾਨੂੰ ਜੁੜਨਾ ਪੈਣਾ। ਸੋ ਆਪਾਂ ਗੁਰਬਾਣੀ ਸਭ ਵਿਚਾਰਦੇ ਹਾਂ, ਪੜ੍ਹਦੇ ਹਾਂ, ਵਿਚਾਰਦਾ ਕੋਈ ਹੈ। ਜੋ ਵਿਚਾਰੇਗਾ ਉਸ ਨੂੰ ਰਿਜ਼ਲਟ ਮਿਲਣੇ ਲੱਗ ਜਾਣਗੇ, ਉਸ ਨੂੰ ਰਿਜ਼ਲਟ ਦਾ ਪਤਾ ਲੱਗ ਜੂਗਾ ਕਿ ਪਹਿਲਾਂ ਮੇਰੇ ਵਿੱਚ ਕੀ ਸੀ ਤੇ ਹੁਣ ਮੇਰੇ ਵਿੱਚ ਕੀ ਹੈ। ਸੋ ਪੋਜ਼ਿਟਿਵਿਟੀ ਇਹ ਕੁਆਲਿਟੀ ਹੈ ਜੀ ਕਿ ਅਸੀਂ ਗਲਤ ਚੀਜ਼ਾਂ, ਅਸੀਂ ਕਿਸੇ ਚੀਜ਼ ਨੂੰ ਗਲਤ ਨਹੀਂ ਕਹਿਣਾ। ਜੇ ਕੋਈ ਚੀਜ਼ ਸਾਡੇ ਨਾਲ ਗਲਤ ਹੋਈ ਵੀ ਹੈ, ਅਸੀਂ ਕੋਈ ਗਲਤ ਚੀਜ਼ ਕੀਤੀ ਵੀ ਹੈ, ਤਾਂ ਅਸੀਂ ਉਹਨੂੰ ਇਹੋ ਜਿਹੇ ਤਰੀਕੇ ਨਾਲ ਇੰਪਰੂਵ ਕਰਨਾ ਹੈ ਕਿ ਉਹ ਸਾਡੀ ਪੋਜ਼ਿਟਿਵਿਟੀ ਦਾ ਰੀਜ਼ਨ ਬਣੇ, ਸਾਨੂੰ ਬੈਨੀਫਿਟ ਮਿਲੇ। ਸੋ ਇਹ ਹੋ ਗਈ ਸਾਡੀ ਪੋਜ਼ਿਟਿਵਿਟੀ। ਅੱਗੇ ਆ ਗਿਆ ਜੀ ਟਾਈਮ ਮੈਨੇਜਮੈਂਟ। ਹਾਂਜੀ, ਟਾਈਮ ਮੈਨੇਜਮੈਂਟ। ਟਾਈਮ ਮੈਨੇਜਮੈਂਟ ਤੋਂ ਕੀ ਸਾਨੂੰ ਪਤਾ ਚੱਲਦਾ ਕਿ ਕੀ ਹੈ ਟਾਈਮ ਮੈਨੇਜਮੈਂਟ? ਮੈਨੇਜਮੈਂਟ ਕੀ ਹੁੰਦਾ ਹੈ? ਟਾਈਮ ਤਾਂ ਚਲੋ ਸਭ ਨੂੰ ਹੀ ਪਤਾ ਹੈ, ਸਮਾਂ। ਮੈਨੇਜਮੈਂਟ ਟਾਈਮ ਟੇਬਲ, ਸਮਾਂ ਪ੍ਰਬੰਧਨ, ਐਫੀਸ਼ੀਐਂਟ ਟਾਈਮ ਮੈਨੇਜ ਕਰਨਾ। ਹਾਂਜੀ, ਟਾਈਮ ਮੈਨੇਜਮੈਂਟ ਹੋ ਗਿਆ ਮੈਨੇਜ ਕਰਨਾ, ਟਾਈਮ ਨੂੰ ਮੈਨੇਜ ਕਰਨਾ। ਸਾਰੀ ਗੱਲ ਦੇਖੋ ਟਾਈਮ ਦੀ ਆ, ਲਾਈਫ ਇੱਕ ਟਾਈਮ ਆ। ਸੋ ਜੇ ਟਾਈਮ ਮੈਨੇਜਮੈਂਟ ਸਾਡੇ ਕੋਲ ਹੋ ਗਈ, ਅਸੀਂ ਟਾਈਮ ਨੂੰ ਮੈਨੇਜ ਕਰ ਲਿਆ, ਅਸੀਂ ਲਾਈਫ ਨੂੰ ਮੈਨੇਜ ਕਰ ਲਿਆ। ਪਰ ਟਾਈਮ ਮੈਨੇਜਮੈਂਟ ਇੰਨੀ ਸੌਖੀ ਚੀਜ਼ ਨਹੀਂ ਹੈ, ਬਹੁਤ
ਬਹੁਤ ਔਖੀ ਵੀ ਨਹੀਂ ਕਹਿ ਸਕਦੇ, ਕਿਉਂਕਿ ਚੀਜ਼ ਕੋਈ ਨਹੀਂ ਔਖੀ ਹੁੰਦੀ ਜੇ ਆਪਾਂ ਉਹਨੂੰ ਦਿਲੋਂ ਕਰਨਾ ਚਾਹੀਏ, ਹਨਾ। ਸੋ ਟਾਈਮ ਮੈਨੇਜਮੈਂਟ, ਇੱਕ ਮੈਂ ਬੁੱਕ ਪੜ੍ਹ ਰਹੀ ਹਾਂ, ਉਸ ਦੇ ਵਿੱਚ ਦੱਸਿਆ ਹੋਇਆ ਹੈ ਕਿ ਹੈਬਿਟਸ, ਟਾਈਮ ਮੈਨੇਜਮੈਂਟ ਨੂੰ ਆਪਾਂ ਕਿਵੇਂ ਆਪਣੇ ਟਾਈਮ ਨੂੰ ਮੈਨੇਜ ਕਰ ਸਕਦੇ ਹਾਂ, ਕਿੱਦਾਂ ਕਰ ਸਕਦੇ ਹਾਂ ਆਪਾਂ ਆਪਣੇ ਟਾਈਮ ਨੂੰ ਮੈਨੇਜ, ਹੈਬਿਟਸ ਬਣਾ ਕੇ। ਆਪਾਂ ਆਪਾਂ ਆਪਣੇ ਵਿੱਚ ਹੈਬਿਟਸ ਹੁੰਦੀਆਂ ਨੇ, ਕਿਸੇ ਨੂੰ ਕਿੱਦਾਂ ਦੀਆਂ ਹੁੰਦੀਆਂ, ਕਿਸੇ ਨੂੰ ਚੰਗੀਆਂ ਹੁੰਦੀਆਂ, ਕਿਸੇ 'ਚ ਬੈਡ ਹੈਬਿਟਸ ਹੁੰਦੀਆਂ, ਹਨਾ। ਸੋ ਹੈਬਿਟਸ ਕਿੱਦਾਂ ਬਣਦੀਆਂ ਨੇ, ਇੱਕ ਬੁੱਕ ਹੈ ਜੀ, ਮੈਂ ਨਾਮ ਭੁੱਲ ਗਈ, ਉਹ ਇੰਗਲਿਸ਼ ਦੇ ਵਿੱਚ ਆ, ਉਸ ਦੇ ਵਿੱਚ ਦੱਸਿਆ ਹੋਇਆ ਹੈ ਕਿ ਹੈਬਿਟਸ ਛੇਤੀ ਨਹੀਂ ਬਣਦੀਆਂ, ਹੈਬਿਟਸ ਬਣਨ ਲਈ ਮਿਨੀਮਮ 30 ਡੇਜ਼ ਲੱਗਦੇ ਆ, ਯਾਨੀ ਕਿ 1 ਮੰਥ। ਕਿਉਂਕਿ ਜੋ ਕੁਝ ਵੀ ਆਪਾਂ ਕਰਦੇ ਆ ਨਾ, ਉਹ ਆਪਣੇ ਮਾਈਂਡ ਦੇ ਵਿੱਚ ਸਟੋਰ ਹੁੰਦਾ ਰਹਿੰਦਾ ਤੇ ਉਹੀ ਆਪਣੇ ਆਪ ਨੂੰ ਰੈਪਲੀਕੇਟ ਕਰਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ ਨੇ। ਹੁਣ ਤੁਸੀਂ ਇੱਕ ਚੀਜ਼ ਤੁਸੀਂ ਕਿੰਨੇ ਟਾਈਮ ਤੋਂ ਕਰਦੇ ਆ ਰਹੇ ਹੋ, ਮੰਨ ਲਓ ਤੁਸੀਂ 15 ਸਾਲ ਦੇ ਹੋ, 16 ਸਾਲ ਦੇ ਹੋ, ਆਪਣੇ ਮਾਈਂਡ ਦੇ ਵਿੱਚ ਉਹ ਬੈਠਿਆ ਕਿ ਮੈਂ ਕਰਨਾ ਹੈ, ਉਹੀ ਚੀਜ਼ ਰਿਪੀਟ ਹੋਣੀ ਹੈ। ਮੰਨ ਲਓ ਤੁਸੀਂ ਕੋਈ ਆਪਣੇ ਵਿੱਚ ਕੋਈ ਬੈਡ ਹੈਬਿਟ ਆ, ਉਹ ਆਪਾਂ ਰਿਪੀਟ ਕਰਦੇ ਆ ਡੇਲੀ। ਆਲਸ ਹੀ ਲੈ ਲਓ ਤੁਸੀਂ, ਹਨਾ, ਆਪਣੇ ਵਿੱਚ ਬਹੁਤ ਪੈਸਿਵ ਹੁੰਦੇ ਆ, ਐਕਟਿਵ ਨਹੀਂ ਹੁੰਦੇ, ਉਹਨਾਂ ਦੀ, ਕਿਉਂਕਿ ਉਹਨਾਂ ਦੀ ਮਾਈਂਡ ਦੇ ਵਿੱਚ ਬੈਠਿਆ ਹੋਇਆ ਇਹ। ਸੋ ਜੇ ਆਪਾਂ ਇਹ ਚੀਜ਼ ਫੋਨ ਦੇ ਵਿੱਚੋਂ ਨਹੀਂ ਆਪਾਂ ਕੋਈ ਚੀਜ਼ ਡਿਲੀਟ ਕਰਨੀ ਹੁੰਦੀ, ਉਹ ਵੀ ਮੈਮਰੀ ਲੈਂਦੀ ਆ। ਸੋ ਜੇ ਆਪਾਂ ਆਪਣੀ ਮਾਈਂਡ ਦੇ ਵਿੱਚੋਂ ਇਹ ਚੀਜ਼ ਡਿਲੀਟ ਕਰਨੀ ਹੈ, ਇਹ ਚੀਜ਼ 30 ਡੇਜ਼ ਲਏਗੀ। ਛੇਤੀ ਨਹੀਂ ਕੋਈ ਵੀ ਹੈਬਿਟ ਬਣਦੀ, ਪਰ ਇਸ ਚੀਜ਼ ਨੂੰ ਸਭ ਤੋਂ ਜ਼ਿਆਦਾ ਇਫੈਕਟ ਇਹ ਚੀਜ਼ ਕਰਦੀ ਹੈ ਕਿ ਸਾਡੇ ਵਿੱਚ ਕਿੰਨੀ ਕੁ ਵਿਲ ਪਾਵਰ ਹੈ, ਅਸੀਂ ਕਿੰਨੀ ਕੁ ਸਟਰੋਂਗ ਸਾਡੀ ਡਿਜ਼ਾਇਰ ਆ ਕਿ ਅਸੀਂ ਹਾਂ ਇਹ ਚੀਜ਼ ਨੂੰ ਹਟਾ ਕੇ ਅਸੀਂ ਨਿਊ ਹੈਬਿਟ ਲਾਉਣੀ ਆ, ਬੈਡ ਹੈਬਿਟ ਨੂੰ ਹਟਾ ਕੇ ਇਸ ਦੀ ਜਗ੍ਹਾ ਤੇ ਅਸੀਂ ਗੁੱਡ ਹੈਬਿਟ ਬਣਾਉਣੀ ਹੈ। 30 ਡੇਜ਼ ਮਿਨੀਮਮ ਲਏਗੀ, ਉਹ ਵੀ ਤਾਂ ਜੇ ਤੁਸੀਂ ਡੇਲੀ ਉਹ ਚੀਜ਼ ਕਰਦੇ ਹੋ। ਮੰਨ ਲਓ ਗੁਰਬਾਣੀ ਵਿਚਾਰਨ ਦੀ ਹੈਬਿਟ ਬਣਾਉਣੀ ਆ, ਪਹਿਲੇ ਦਿਨ ਬੈਠੋਗੇ ਕੁਝ ਸਮਝ ਨਹੀਂ ਆਏਗਾ, ਦੂਸਰੇ ਦਿਨ ਵੀ ਤੁਸੀਂ ਚਲੋ ਆਪਣੇ ਨਾਲ ਲੜ ਕੇ ਜੇ ਬੈਠ ਜਾਓਗੇ, ਕਿਉਂਕਿ ਜਿਹੜੀ ਤੁਹਾਡਾ ਦਿਮਾਗ ਤੁਹਾਡੇ ਨਾਲ ਲੜੇਗਾ, ਦਿਮਾਗ ਕਹੇਗਾ ਨਹੀਂ, ਜੋ ਚੀਜ਼ ਪਹਿਲਾਂ ਚੱਲ ਰਹੀ ਸੀ ਮੈਂ ਉਸ ਦੇ ਅਕੋਰਡਿੰਗ ਹੀ ਚੱਲਣਾ ਹੈ। ਪਰ ਜੇ ਤੁਸੀਂ ਅੱਗੋਂ ਉਪਰਾਲੇ ਵਾਲੇ ਹੋਗੇ, ਤੁਸੀਂ ਕਹੋਗੇ ਨਹੀਂ, ਮੈਂ ਗੁਰਬਾਣੀ ਦੇ ਅਕੋਰਡਿੰਗ ਚੱਲਣਾ ਹੈ, ਮੈਂ ਗੁਰਬਾਣੀ ਵਿਚਾਰਨੀ ਹੈ, ਤਾਂ ਤੁਹਾਡੀ ਦਿਮਾਗ ਨਾਲ ਟੱਕਰ ਹੋਏਗੀ, ਤਾਂ ਉਹ ਬੈਡ ਹੈਬਿਟ ਆ ਜਿਹੜੀ ਨਿਊ ਹੈਬਿਟ ਗੁੱਡ ਹੈਬਿਟ ਦੇ ਵਿੱਚ ਚੇਂਜ ਹੋਏਗੀ। ਟਾਈਮ ਨੂੰ ਮੈਨੇਜ ਕਰਨ ਦੀ ਗੱਲ ਇਹੀ ਹੈ ਕਿ ਸਾਡੀ ਡਿਜ਼ਾਇਰ ਸਾਨੂੰ ਪਹਿਲਾਂ ਬਹੁਤ ਸਟਰੋਂਗਲੀ ਡਿਜ਼ਾਇਰ ਸਾਡੇ ਅੰਦਰ ਡਿਵੈਲਪ ਕਰਨੀ ਪੈਣੀ ਹੈ ਕਿ ਹਾਂ ਮੈਂ ਆਪਣੀਆਂ ਬੈਡ ਹੈਬਿਟਸ ਚੇਂਜ ਕਰਨੀਆਂ ਨੇ। ਟਾਈਮ ਨੂੰ ਇਸ ਤਰੀਕੇ ਨਾਲ ਮੈਨੇਜ ਕਰੋ ਕਿ ਜੋ ਵੀ ਸਾਡੇ ਕੋਲ ਜੋ ਵੀ ਅਸੀਂ ਕਰਨਾ ਹੈ ਉਹ ਹੋ ਜੇ। ਐਫੀਸ਼ੀਐਂਟ ਟਾਈਮ ਯੂਜ਼ ਕਰੋ, ਯੂਟੀਲਾਈਜ਼ ਕਰੋ ਇਨ ਐਫੀਸ਼ੀਐਂਟ ਵੇ। ਕਿਉਂ ਅਸੀਂ ਆਪਣਾ ਟਾਈਮ ਗਲਤ ਕੰਮਾਂ ਤੇ ਗਲਤ ਚੀਜ਼ਾਂ ਤੇ ਵੇਸਟ ਕਰ ਰਹੇ ਹਾਂ, ਕਿਉਂਕਿ ਅੱਜ ਜੋ ਤੁਸੀਂ ਕਰਤਾ ਕੱਲ ਨੂੰ ਇਸ ਦਾ ਹੀ ਰਿਜ਼ਲਟ ਸਾਡੇ ਸਾਹਮਣੇ ਆਣਾ। ਸੋ ਟਾਈਮ ਮੈਨੇਜਮੈਂਟ ਦੀ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ, ਸਾਰੇ ਆਪਾਂ ਨਿਤਨੇਮੀ ਹੈ ਜੀ। ਮੰਨ ਲਓ ਉਸ ਦਿਨ ਡਾਕਟਰ ਜੀ ਨੇ ਵੀ ਇਹ ਗੱਲ ਡਿਸਕਸ ਕੀਤੀ ਸੀ ਕਿ ਸਾਨੂੰ 8 ਘੰਟੇ ਆ ਜਿਹੜੇ ਨੀਂਦ ਦੇ ਚਾਹੀਦੇ ਹੁੰਦੇ ਆ। ਸੋ ਮੰਨ ਲਓ ਆਪਾਂ ਸ਼ਾਮ ਨੂੰ ਉਹਨਾਂ ਨੇ ਕਿਹਾ ਸੀ ਕਿ 9 ਮੈਕਸੀਮਮ ਆ, ਹਨਾ, 9 ਵਜੇ ਆਪਾਂ ਪੈ ਜਾਣਾ। ਮੰਨ ਲਓ ਪਹਿਲਾਂ ਮੈਂ ਕਰਦੀ ਹਾਂ ਉਸ ਦੀ ਗੱਲ ਜਿਸਨੇ ਟਾਈਮ ਮੈਨੇਜ ਕੀਤਾ ਹੋਇਆ। ਇੱਕ ਪਰਸਨ ਹੈ ਜਿਸਨੂੰ ਪਤਾ ਹੈ ਕਿ ਕੱਲ ਨੂੰ ਮੈਂ ਮੰਨ ਲਓ ਉਸਨੇ ਕੱਲ ਨੂੰ 8 ਵਜੇ ਬੱਸ ਫੜਨੀ ਹੈ, ਕਿਤੇ ਜਾਣਾ ਹੈ, ਕੋਈ ਇੰਪੋਰਟੈਂਟ ਕੰਮ ਹੈ, ਠੀਕ ਹੈ, ਕੱਲ ਨੂੰ ਉਸਨੇ ਕਿਤੇ ਜਾਣਾ ਹੈ। 9 ਵਜੇ ਉਸਨੇ ਆਪਣਾ ਡਿਨਰ ਵਗੈਰਾ ਕਰਕੇ ਬਿਲਕੁਲ ਫ੍ਰੀ ਹੋ ਕੇ ਉਹ ਬੰਦਾ ਸੌਂ ਗਿਆ, ਠੀਕ ਹੈ ਜੀ। 9 ਵਜੇ ਸੁੱਤਾ ਹੈ, 8 ਘੰਟੇ ਦੀ ਨੀਂਦ ਚਾਹੀਦੀ ਹੈ। ਉਹਨੂੰ ਪਤਾ ਅਲਾਰਮ ਉਹਨੇ ਸੈੱਟ ਕਰ ਲਿਆ ਕਿ ਮੈਂ 4 ਵਜੇ ਉੱਠਣਾ, ਨਿਤਨੇਮੀ ਆਪਾਂ ਹੈਗੇ ਆ, ਨਿਤਨੇਮ ਆਪਾਂ ਕਰਨਾ ਸਵੇਰੇ ਉੱਠ ਕੇ। ਆਰਾਮ ਨਾਲ ਉਹਦੀ ਨੀਂਦ ਪੂਰੀ ਹੋ ਜਾਣੀ ਹੈ 4 ਵਜੇ, ਬਿਲਕੁਲ ਆਰਾਮ ਨਾਲ ਉਹ ਪਰਸਨ ਉੱਠ ਜਾਏਗਾ। ਉੱਠ ਕੇ ਜਿੱਦਾਂ ਉਸਨੇ ਆਪਣਾ ਟਾਈਮ ਸ਼ਡਿਊਲ ਕੀਤਾ ਹੋਇਆ ਹੈ, ਫਰੈਸ਼ ਹੋ ਕੇ ਨਿਤਨੇਮ ਕਰ ਲਏਗਾ ਬਿਲਕੁਲ ਆਰਾਮ ਨਾਲ। ਹੁਣ ਦੇਖੋ ਜੋ ਪਰਸਨ ਤਾਂ ਬਿਲਕੁਲ ਆਰਾਮ ਨਾਲ ਇਸ਼ਨਾਨ ਕਰੇਗਾ, ਉਹ ਉਦੋਂ ਵੀ ਵਾਹਿਗੁਰੂ ਦਾ ਨਾਮ ਜਪੇਗਾ, ਨਾਲ ਵਾਹਿਗੁਰੂ ਦਾ ਸ਼ੁਕਰਾਨਾ ਕਰੇਗਾ ਕਿ ਅੱਜ ਮੈਨੂੰ ਫਿਰ ਅੱਜ ਇੱਕ ਨਵਾਂ ਦਿਨ ਮਿਲਿਆ ਹੈ। ਦੇਖੋ ਅੱਜ ਕੀ ਕੁਛ ਹੋ ਸਕਦਾ ਹੈ, ਕਿ ਨਵੀਆਂ ਚੀਜ਼ਾਂ ਅੱਜ ਮੈਨੂੰ ਕੀ ਕੁਛ ਮੇਰੇ ਨਾਲ ਨਿਊ ਹੋਏਗਾ, ਮੈਂ ਕੀ ਚੀਜ਼ਾਂ ਅੱਜ ਨਵੀਆਂ ਦੇਖਾਂਗਾ। ਸੋ ਮੰਨ ਲਓ ਅੱਧੇ ਘੰਟੇ ਵਿੱਚ ਉਹ ਪਰਸਨ ਫਰੈਸ਼ ਹੋ ਗਿਆ, ਫਿਰ 4:30 ਮੰਨ ਲਓ ਫ੍ਰੀ ਹੋ ਗਿਆ। 1.5 ਘੰਟਾ ਮੰਨ ਲਓ ਉਸਨੇ ਨਿਤਨੇਮ ਕੀਤਾ, ਵਾਹਿਗੁਰੂ ਦਾ ਪਾਠ ਕੀਤਾ, ਵਾਹਿਗੁਰੂ ਦਾ ਸ਼ੁਕਰੀਆ ਅਦਾ ਕੀਤਾ। 6 ਵਜੇ ਉਹ ਇਨਸਾਨ ਫ੍ਰੀ ਹੋ ਗਿਆ। ਉਹ ਪਰਸਨ 6 ਵਜੇ ਵਾਹਿਗੁਰੂ ਦਾ ਨਾਮ ਜਪ ਕੇ ਨਹਾ ਧੋ ਕੇ ਰੈਡੀ ਹੋ ਕੇ ਬਿਲਕੁਲ ਫ੍ਰੀ ਆ।
ਤੱਕ ਫ੍ਰੀ ਹੈ। ਅੱਗੇ ਕੀ ਕੰਮ ਰਹਿ ਗਿਆ? ਬ੍ਰੇਕਫਾਸਟ ਕਰਨ ਦਾ। ਤਾਂ ਠੀਕ ਹੈ ਜੀ, ਉਹ 6 ਵਜੇ ਬ੍ਰੇਕਫਾਸਟ ਕਰਕੇ ਆਪਣੀ ਪੂਰੀ ਫੈਮਿਲੀ ਨਾਲ ਚੰਗੀ ਤਰ੍ਹਾਂ ਗੱਲਬਾਤ ਵੀ ਕਰ ਲੇਗਾ, ਸਭ ਕੁਝ ਸ਼ੇਅਰ ਵੀ ਕਰ ਲੇਗਾ। ਕਿਉਂ? ਕਿਉਂਕਿ ਬਹੁਤ ਟਾਈਮ ਪਿਆ, ਹਜੇ 8 ਵਜੇ ਜਾਣਾ ਹੈ। ਸੋ 6 ਵਜੇ ਹੈ, ਹਜੇ 1 ਘੰਟਾ ਆਰਾਮ ਨਾਲ ਆਪਣੀ ਫੈਮਿਲੀ ਨਾਲ ਸਪੈਂਡ ਕਰ ਸਕਦਾ ਹੈ। 7 ਵੱਜ ਜਾਣਗੇ, 8 ਵਜੇ ਜਾਣਾ ਹੈ, ਹਜੇ ਵੀ 1 ਘੰਟਾ ਪਿਆ ਹੋਇਆ ਹੈ। ਉਹ 1 ਘੰਟਾ ਪਹਿਲਾਂ ਕਿਉਂ ਚੱਲੇਗਾ? ਕਿਉਂਕਿ ਆਪਾਂ ਨੂੰ ਕੁਛ ਨਹੀਂ ਪਤਾ ਕਿ ਅੱਗੇ ਕੀ ਹੋਣਾ ਹੈ ਨਾ। ਰਸਤੇ ਵਿੱਚ ਟ੍ਰੈਫਿਕ ਲਾਈਟਸ ਹੁੰਦੀਆਂ ਨੇ, ਜਾਮਸ ਲੱਗ ਸਕਦੇ ਆ, ਕੁਛ ਵੀ ਹੋ ਸਕਦਾ ਹੈ। ਸੋ ਉਹ ਬੰਦਾ ਜਿਹੜਾ ਟਾਈਮ ਦਾ ਪਾਬੰਦ ਆ, ਉਹ ਪਹਿਲਾਂ ਹੀ ਆਪਣੇ ਆਪ ਨੂੰ ਇਸ ਚੀਜ਼ ਲਈ ਤਿਆਰ ਰੱਖੇਗਾ, ਆਪਣੇ ਆਪ ਨੂੰ ਟਾਈਮ ਜ਼ਿਆਦਾ ਦੇਗਾ ਕਿ ਕੁਛ ਵੀ ਹੋ ਸਕਦਾ ਹੈ। ਸੋ ਉਹ ਪਹੁੰਚ ਜਾਏਗਾ 8 ਵਜੇ ਬੜੇ ਆਰਾਮ ਨਾਲ। ਇਹ ਸੀ ਟਾਈਮ ਮੈਨੇਜਮੈਂਟ, ਜਿਹਨੇ ਟਾਈਮ ਨੂੰ ਮੈਨੇਜ ਕੀਤਾ ਹੋਇਆ। ਆਪਣੇ ਵਿੱਚੋਂ ਬਹੁਤ ਸਾਰੀਆਂ ਹੁਣ ਸਟੂਡੈਂਟਸ ਨੇ, ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਨਾ ਟਾਈਮ ਨੂੰ ਮੈਨੇਜ ਕਰਨ ਦੀ। ਆਪਾਂ ਸਟੱਡੀ ਨੂੰ ਵੀ ਟਾਈਮ ਦੇਣਾ ਹੁੰਦਾ। ਸੋ ਆਪਣੇ ਟਾਈਮ ਨੂੰ ਏਦਾਂ ਮੈਨੇਜ ਕਰੋ ਕਿ ਆਪਾਂ ਕੰਮ ਕਰਦੇ ਕਰਦੇ ਹੀ ਇੰਜੋਏ ਕਰ ਲਈਏ, ਉਸ ਕੰਮ ਨੂੰ ਕਰਦੇ ਕਰਦੇ ਉਸ ਚੋਂ ਖੁਸ਼ੀ ਲੈ ਲਈਏ, ਆਨੰਦ ਲੈ ਲਈਏ। ਆਪਾਂ ਇਸ ਵੇ ਦੇ ਵਿੱਚ ਆਪਣੇ ਟਾਈਮ ਨੂੰ ਮੈਨੇਜ ਕਰਨਾ ਹੈ। ਸੋ ਇਹ ਸੀ ਟਾਈਮ ਮੈਨੇਜ, ਜਿਸ ਪਰਸਨ ਨੇ ਟਾਈਮ ਮੈਨੇਜ ਕੀਤਾ। ਹੁਣ ਜੋ ਕੁਝ ਸਾਡੇ ਨਾਲ ਹੁੰਦਾ ਹੈ, ਨਿਊ ਜਨਰੇਸ਼ਨ ਹੈ ਨਾ, ਟੈਕਨੋਲੋਜੀ ਐਡਵਾਂਸ ਹੋ ਗਈ। ਸੋ ਇੱਕ ਹੁਣ ਅੱਜ ਕੱਲ੍ਹ ਦੇ ਬੱਚਿਆਂ ਦੀ ਗੱਲ ਕਰਦੇ ਹਾਂ। ਹੁਣ ਟੈਕਨੋਲੋਜੀ 'ਚ ਕੀ ਹੈ? ਇੰਟਰਨੈਟ, GB, 1.5 GB, 2 GB, ਜਿਹੜੀ ਅਸੀਂ ਖਤਮ ਕਰਨੀ ਹੀ ਹੁੰਦੀ ਹੈ। ਹੁਣ ਉਹ ਪਰਸਨ ਸੀ ਜਿਸਨੇ ਆਪਣਾ ਟਾਈਮ ਮੈਨੇਜ ਕੀਤਾ ਹੋਇਆ ਸੀ। ਉਸਨੂੰ ਪਤਾ ਸੀ ਕੱਲ ਮੈਂ ਕੀ ਕਰਨਾ ਹੈ, ਮੇਰਾ ਟਾਈਮ ਮੈਂ ਕਿੱਦਾਂ ਸ਼ਡਿਊਲ ਕੀਤਾ ਹੋਇਆ, ਉਹ ਉਸਦੇ ਅਕੋਰਡਿੰਗ ਹੀ ਚੱਲੇਗਾ। ਪਰ ਹੁਣ ਜਿਸਨੇ 1.5 GB ਜਾਂ 2 GB ਆਪਣੀ ਖਤਮ ਕਰਨੀ ਹੈ, ਉਸਨੂੰ ਤਾਂ 11 ਵੀ ਵੱਜ ਸਕਦੇ ਨੇ, 12 ਵੀ ਵੱਜ ਸਕਦੇ ਨੇ, ਕਿਉਂਕਿ ਮੂਵੀ ਜਾਂ ਤਾਂ 2 ਘੰਟਿਆਂ ਦੀ ਹੁੰਦੀ ਹੈ ਜਾਂ 3 ਘੰਟਿਆਂ ਦੀ, ਜੋ ਆਪਾਂ ਰਾਤ ਨੂੰ ਵੇਖਣੀ ਹੈ ਹਨਾ। ਸੋ ਚਲੋ ਮੰਨ ਲਓ 11 ਵਜੇ ਵੀ ਤੁਸੀਂ ਫ੍ਰੀ ਹੋ ਕੇ ਪਏ ਹੋ, ਆਪਣੀ 1.5 GB ਫਿਨਿਸ਼ ਕਰਕੇ ਪਏ ਹੋ। ਚਲੋ 11 ਵਜੇ ਤੁਸੀਂ ਵੀ ਮੰਨ ਲਓ 8 ਵਜੇ ਕੱਲ ਬੱਸ ਫੜਨੀ ਹੈ ਹਨਾ। ਇਹ ਜਿਹੜੀ ਆਪਾਂ ਇਹ ਚੀਜ਼ਾਂ ਕਰਦੇ ਆ ਨਾ, ਨੀਂਦ ਆਪਾਂ ਘੱਟ ਲੈਂਦੇ ਆ, ਇਹੀ ਸਾਡੀ ਇਰੀਟੇਸ਼ਨ ਦਾ ਕਾਰਨ ਬਣਦੀ ਹੈ। ਚਿੜਚਿੜਾਪਣ ਜਿਹੜਾ ਸਾਡੇ ਵਿੱਚ ਆਉਂਦਾ, ਉਸ ਦਾ ਮੇਜਰ ਰੀਜ਼ਨ ਇਹੀ ਆ। ਚਲੋ ਠੀਕ ਹੈ, 11 ਵਜੇ ਜੀ ਉਹ ਪਰਸਨ ਪੈ ਗਿਆ। ਸਵੇਰੇ ਕਿੰਨੇ ਵਜੇ ਲੱਗਦਾ ਤੁਹਾਨੂੰ ਕਿੰਨੇ ਵਜੇ ਉੱਠੂਗਾ? ਆਪਾਂ ਨੂੰ 8 ਘੰਟੇ ਨੀਂਦ ਚਾਹੀਦੀ ਹੁੰਦੀ ਆ, 8-9 ਘੰਟੇ ਚਾਹੀਦੀ ਆ। ਕਿੰਨੇ ਵਜੇ ਉੱਠੂਗਾ ਜੀ ਸਵੇਰੇ? ਲੱਗਦਾ ਤੁਹਾਨੂੰ ਕਿ ਉਹ ਪਰਸਨ 4 ਵਜੇ ਉੱਠ ਜਾਏਗਾ, ਨਿਤਨੇਮ ਕਰ ਲੇਗਾ? ਵੈਰੀ ਗੁੱਡ, 8-9 ਵਜੇ ਉੱਠੇਗਾ। ਚਲੋ 8-9 ਨਹੀਂ ਤੁਸੀਂ, ਕਿਉਂਕਿ 8 ਵਜੇ ਦਾ ਤਾਂ ਉਹਨੇ ਅਲਾਰਮ ਹੀ ਲਾਇਆ ਹੋਏਗਾ ਕਿ 8 ਵਜੇ ਦਾ ਮੈਂ ਜਾਣਾ ਹੀ ਆ। ਹੋ ਸਕਦਾ 7 ਵਜੇ ਦਾ ਲਗਾਇਆ ਹੋਵੇ। 7 ਵਜੇ ਉੱਠੇਗਾ। ਤੁਹਾਨੂੰ ਲੱਗਦਾ ਹੈ ਕਿ ਉਹ ਬਹੁਤ ਖੁੱਲੇ ਟਾਈਮ 'ਚ ਫਰੈਸ਼ ਹੋ ਕੇ ਵਾਹਿਗੁਰੂ ਦਾ ਥੈਂਕ ਯੂ ਕਰੇਗਾ? ਕਿਉਂਕਿ ਉਹਦੇ ਤੇ ਤਾਂ ਟੈਨਸ਼ਨ ਹੋਣੀ ਹੈ ਕਿ ਮੈਂ 1 ਘੰਟੇ ਦੇ ਵਿੱਚ ਬੱਸ ਫੜਨੀ ਹੈ। ਉਹਦੇ ਮਾਇੰਡ 'ਚ ਕਿੱਥੇ ਸ਼ੁਕਰਾਨਾ ਹੋਏਗਾ, ਕਿੱਥੇ ਉਹ ਵਾਹਿਗੁਰੂ ਨੂੰ ਇਹ ਕਹਿ ਲੇਗਾ ਕਿ ਹਾਂਜੀ ਵਾਹਿਗੁਰੂ ਜੀ ਅੱਜ ਇੰਨਾ ਸੋਹਣਾ ਦਿਨ ਹੈ। ਉਸ ਤੇ ਤਾਂ ਟੈਨਸ਼ਨ ਹੋਣੀ ਹੈ ਕਿ ਕੀ ਪਤਾ ਮੇਰੀ ਬੱਸ ਲੰਘ ਜੇ। ਹੁਣ 1 ਘੰਟੇ ਦੇ ਵਿੱਚ ਉਹਨੇ ਕੀ ਕੰਮ ਕਰਨਾ? ਪਹਿਲੀ ਗੱਲ ਤਾਂ ਕਹਿ ਦੇਗਾ ਅੱਜ ਨਹੀਂ ਪਾਠ ਕਰਦੇ। ਇਹੀ ਰੀਜ਼ਨ ਹੈ ਸਾਡੇ ਵਿੱਚ ਕਿ ਅਸੀਂ ਕਹਿ ਦਿੰਦੇ ਅੱਜ ਮੈਨੂੰ ਟਾਈਮ ਨਹੀਂ ਲੱਗਿਆ। ਟਾਈਮ ਤਾਂ ਲੱਗ ਸਕਦਾ ਸੀ, ਪਰ ਸਾਨੂੰ ਲਗਾਉਣਾ ਨਹੀਂ ਆਇਆ, ਸਾਨੂੰ ਟਾਈਮ ਮੈਨੇਜ ਨਹੀਂ ਕਰਨਾ ਆਇਆ। ਸੋ ਚਲੋ ਠੀਕ ਹੈ, 7 ਵਜੇ ਫਰੈਸ਼ ਹੋ ਗਿਆ, 5-10 ਮਿੰਟਾਂ 'ਚ ਬਸ ਕਿਹੜਾ ਨਹਾਉਣਾ ਸੀਗਾ, ਬਸ ਟਾਈਮ ਪਾਸ ਹੋ ਗਿਆ, ਰੈਡੀ ਹੋ ਗਿਆ 7:30 ਵਜੇ। ਕੋਈ ਗੱਲ ਕਰ ਲੇਗਾ ਆਪਣੀ ਫੈਮਿਲੀ ਨਾਲ ਕਿ ਸਾਰੇ 5-10 ਮਿੰਟ ਤਾਂ ਉਸ ਕੋਲ ਖੁਦ ਰਹਿ ਗਏ। 7:30 ਤਾਂ ਉਹਨੂੰ ਕਿਸੇ ਵੀ ਹਾਲਤ 'ਚ ਘਰੋਂ ਨਿਕਲਣਾ ਪੈਣਾ, 8 ਵਜੇ ਬੱਸ ਫੜਨੀ ਹੈ। ਅੱਧਾ ਘੰਟਾ ਉਹਨੂੰ ਸਿਰਫ ਮਿਲਿਆ, ਡਿਨਰ ਵੀ ਬ੍ਰੇਕਫਾਸਟ ਵੀ ਉਸਦੇ ਵਿੱਚ ਕਰਨਾ ਸੀਗਾ, ਫੈਮਿਲੀ ਨੂੰ ਵੀ ਟਾਈਮ ਉਸਦੇ ਵਿੱਚੋਂ ਹੀ ਦੇਣਾ ਸੀਗਾ, ਤੇ ਵਾਹਿਗੁਰੂ ਨੂੰ ਵੀ ਉਸ ਵਿੱਚੋਂ ਹੀ ਦੇਣਾ ਸੀ। ਕਿਸ ਨੂੰ ਦੇ ਲੇਗਾ? ਕਿਸੇ ਨੂੰ ਵੀ ਨਹੀਂ, ਆਪਣੇ ਆਪ ਨੂੰ ਵੀ ਨਹੀਂ ਦੇ ਸਕਿਆ, ਚੰਗੀ ਤਰ੍ਹਾਂ ਫਰੈਸ਼ ਵੀ ਨਹੀਂ ਹੋ ਸਕਿਆ, ਬ੍ਰੇਕਫਾਸਟ ਦਾ ਵੀ ਨਹੀਂ ਪਤਾ ਕਰਕੇ ਜਾਊਗਾ ਕਿ ਨਹੀਂ। ਘਰਦਿਆਂ ਨੂੰ ਖੁਸ਼ੀ ਹੋਊਗੀ ਕਿ ਹਾਂ ਵਧੀਆ, ਸਾਡੇ ਨਾਲ ਇੰਨਾ ਸੋਹਣਾ ਟਾਈਮ ਸਪੈਂਡ ਕਰਕੇ ਗਿਆ, ਸਾਨੂੰ ਇੰਨੀਆਂ ਗੁੱਡ ਵਿਸ਼ੇਸ ਦੇ ਕੇ ਗਿਆ, ਜਾਂ ਸਾਡੇ ਨਾਲ ਕੋਈ ਗੱਲ ਚੰਗੀ ਕਰਕੇ ਗਿਆ। ਕਿਸੇ ਨੂੰ ਵੀ 7:30 ਹੁਣ ਕੋਈ ਪਤਾ ਨਹੀਂ ਅੱਗੇ ਜਾਮ ਲੱਗਿਆ ਹੋਵੇ, ਜਾਂ ਅੱਗੇ ਰੈਡ ਲਾਈਟ ਹੋਵੇ, ਜਾਂ ਕੋਈ ਰਸਤੇ ਦੇ ਵਿੱਚ ਐਕਸੀਡੈਂਟ ਹੋਇਆ ਹੋਵੇ, ਕਿਤੇ ਵੀ ਟਾਈਮ ਲੱਗ ਸਕਦਾ। ਪਹੁੰਚ ਜਾਏਗਾ 8, ਟਿਪੀਕਲੀ ਪਹੁੰਚੇਗਾ ਹਨਾ। ਸੋ ਇਹ ਸਾਰੀ ਕਹਾਣੀ ਹੈ ਟਾਈਮ ਮੈਨੇਜਮੈਂਟ ਦੀ। ਟਾਈਮ ਤਾਂ ਸਾਡੇ ਕੋਲ ਹੈ, ਗੱਲ ਹੈ ਇਹਨੂੰ ਮੈਨੇਜ ਕਰਨ ਦੀ। ਮੈਨੇਜ ਇਹੋ ਜਿਹੇ ਵੇ ਦੇ ਵਿੱਚ ਸਾਨੂੰ ਕਰਨਾ ਚਾਹੀਦਾ ਹੈ ਕਿ ਅਸੀਂ ਜੋ ਵੀ ਕੰਮ ਅਸੀਂ ਕਰਨਾ ਹੈ ਉਸ ਨੂੰ ਓਨਾ ਹੀ ਟਾਈਮ ਦੇਈਏ।
ਦੇਖੋ ਗੱਲ ਹੁਣ ਟੈਕਨੋਲੋਜੀ ਦੀ ਆ, ਸੋਸ਼ਲ ਮੀਡੀਆ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਟਾਈਮ ਨੂੰ ਮੈਨੇਜ ਨਹੀਂ ਕਰ ਸਕਦੇ। ਸੋ ਆਪਣੇ ਜਿਸ ਪਰਸਨ ਨੇ ਆਪਣੇ ਆਪ ਤੇ ਕੰਟਰੋਲ ਕਰ ਲਿਆ ਨਾ, ਉਹੀ ਗੱਲ ਕਿ ਜਿਸਨੇ 1 ਸੈਕਿੰਡ ਤੇ ਕੰਟਰੋਲ ਕਰ ਲਿਆ, ਜਿਸਨੂੰ 1 ਸੈਕਿੰਡ ਦੀ ਵੈਲਿਊ ਪਤਾ ਲੱਗ ਗਈ, ਉਸਨੂੰ ਆਪਣੀ ਹੋਲ ਲਾਈਫ, ਸਾਰੀ ਲਾਈਫ ਦੀ ਵੈਲਿਊ ਪਤਾ ਲੱਗ ਜਾਏਗੀ। ਸੋ ਅੱਜ ਤੋਂ ਇਹ ਤੁਸੀਂ ਆਪਣੇ ਆਪ 'ਚ ਲੈ ਕੇ ਆਓ ਕਿ ਮੈਂ ਟਾਈਮ ਨੂੰ ਇਹੋ ਜਿਹੇ ਵੇ ਦੇ ਵਿੱਚ ਮੈਨੇਜ ਕਰਨਾ ਕਿ ਮੈਂ ਪ੍ਰੋਡਕਟਿਵ ਚੀਜ਼ਾਂ ਹੀ ਕਰਨੀਆਂ ਨੇ। ਸੋਸ਼ਲ ਮੀਡੀਆ, ਇੰਟਰਨੈਟ, ਇਸ ਤੋਂ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਅਸੀਂ ਸਿੱਖ ਸਕਦੇ ਹਾਂ ਟਾਈਮ ਨੂੰ ਮੈਨੇਜ ਕਰਨ ਲਈ। ਤੁਸੀਂ ਦੇਖੋ, ਨਿਊ ਚੀਜ਼ਾਂ ਕੱਢ ਕੇ ਦੇਖੋ ਕਿ ਹਾਂ ਮੈਂ ਆਪਣੇ ਟਾਈਮ ਨੂੰ, ਕਿਸ ਚੀਜ਼ ਨੂੰ ਕਿੰਨਾ ਟਾਈਮ ਦੇਣਾ, ਕਿੱਦਾਂ ਮੈਂ ਆਪਣਾ ਟਾਈਮ ਮੈਨੇਜ ਕਰ ਸਕਦਾ। ਜਿੰਨਾ ਹੋ ਸਕਦਾ ਹੈ ਤੁਸੀਂ ਇੰਟਰਨੈਟ ਨੂੰ ਗੁਰਬਾਣੀ ਸਿੱਖਣ ਲਈ ਯੂਜ਼ ਕਰੋ, ਕੋਈ ਨਵੀਆਂ ਪ੍ਰੋਡਕਟਿਵ ਚੀਜ਼ਾਂ ਸਿੱਖਣ ਲਈ ਯੂਜ਼ ਕਰੋ। ਇੰਟਰਨੈਟ ਵੀ ਉਹੀ ਗੱਲ ਹੋ ਗਈ, ਪੋਜ਼ਿਟਿਵਿਟੀ ਤੇ ਨੈਗੇਟਿਵਿਟੀ ਵੀ। ਇੰਟਰਨੈਟ ਤੋਂ ਵੀ ਅਸੀਂ ਪੋਜ਼ਿਟਿਵਿਟੀ ਲੈ ਸਕਦੇ ਹਾਂ ਜਾਂ ਨੈਗੇਟਿਵਿਟੀ ਲੈ ਸਕਦੇ ਹਾਂ। ਪੋਜ਼ਿਟਿਵਿਟੀ ਕਿੱਦਾਂ? ਜੇ ਉਸਨੂੰ ਚੰਗੀਆਂ ਚੀਜ਼ਾਂ ਦੇ ਵਿੱਚ ਯੂਜ਼ ਕਰਾਂਗੇ ਤਾਂ ਹੀ ਪੋਜ਼ਿਟਿਵਿਟੀ ਆਏਗੀ, ਤਾਂ ਹੀ ਅਸੀਂ ਆਪਣੇ ਆਪ 'ਚ ਸੈਲਫ ਕੌਨਫੀਡੈਂਸ ਆਏਗਾ। ਪੋਜ਼ਿਟਿਵਿਟੀ ਨਾਲ ਬਹੁਤ ਇਹੋ ਜਿਹੀਆਂ ਕੁਆਲਿਟੀਜ਼ ਨੇ ਜੋ ਸਾਡੇ ਵਿੱਚ ਸੈਲਫ ਡਿਵੈਲਪ ਹੋਣ ਲੱਗ ਜਾਣਗੀਆਂ, ਆਪਣੇ ਆਪ ਸਾਡੇ ਵਿੱਚ ਆਉਣ ਲੱਗ ਜਾਣਗੀਆਂ। ਸੋ ਆਪਾਂ ਆਪਣਾ ਪੁਆਇੰਟ ਆਫ ਵਿਊ ਚੇਂਜ ਕਰੀਏ, ਮਾਈਂਡ ਸੈਟ ਨੂੰ ਚੇਂਜ ਕਰੀਏ, ਬਹੁਤ ਕੁਝ ਚੇਂਜ ਹੋ ਜਾਏਗਾ। ਤੇ ਇਹ ਚੇਂਜ ਕਰਨ ਵਾਲੇ ਸਾਡੇ ਜਿਹੜੇ ਹੈਗੇ ਆ ਬੈਸਟ ਟੀਚਰ ਸਾਨੂੰ ਦਿੱਤੇ ਹੋਏ ਆ ਵਾਹਿਗੁਰੂ ਜੀ ਨੇ, ਉਹਨਾਂ ਤੋਂ ਸਿੱਖੀਏ। ਸੋ ਹੋਰ ਵੀ ਬਹੁਤ ਕੁਆਲਿਟੀਜ਼ ਨੇ ਜੀ, ਜਿਹੜੀਆਂ ਚੀਜ਼ਾਂ ਸਾਨੂੰ ਆਪਣੇ ਵਿੱਚ ਲਿਆਉਣੀਆਂ ਪੈਣੀਆਂ ਤਾਂ ਕਿ ਅਸੀਂ ਆਪਣੀ ਲਾਈਫ ਨੂੰ ਰਾਈਟ ਪਾਥ ਤੇ ਅਸੀਂ ਟਰੈਵਲ ਕਰ ਸਕੀਏ, ਬੈਲੈਂਸ ਬਣਾ ਕੇ ਰੱਖ ਸਕੀਏ। ਇੱਕ ਹੋ ਗਈ ਕਿਉਰਿਓਸਿਟੀ। ਹਾਂਜੀ, ਐਨੀਬਡੀ ਟੈਲ ਕਿਉਰਿਓਸਿਟੀ ਮੀਨ, what is the meaning of curiosity? ਕਿਉਰਿਓਸਿਟੀ, ਕਿਊਰੀਅਸ ਨਹੀਂ ਹੁੰਦੇ ਆਪਾਂ ਕਿਸੇ ਚੀਜ਼ ਨੂੰ ਲੈ ਕੇ, ਐਕਸਾਈਟਡ, ਵਿਸ਼, desire to learn something. Very good. Curiosity, excitement is a thing. ਇਹ ਉਹ ਚੀਜ਼ ਹੈ ਕਿ ਸਾਡੇ ਵਿੱਚ ਹੈ ਕਿ ਅਸੀਂ ਕੁਝ ਸਿੱਖਣਾ ਹੈ। ਕਿਉਰਿਓਸਿਟੀ ਵੀ ਇੱਕ ਇਹੋ ਜਿਹੀ ਚੀਜ਼ ਹੈ ਕਿ ਅਸੀਂ ਹਰ ਇੱਕ ਚੀਜ਼ ਤੋਂ ਸਿੱਖਣਾ ਹੈ, ਅਸੀਂ ਕੁਝ ਪਲੱਸ ਪੁਆਇੰਟ ਹਰ ਇੱਕ ਚੀਜ਼ ਤੋਂ ਲੈਣੇ ਹੈ। ਕਿਉਰਿਓਸਿਟੀ, ਦੇਖੋ ਕਈਆਂ ਦੀ ਹੌਬੀ ਹੁੰਦੀ ਹੈ ਨਾ ਰੀਡਿੰਗ ਦੀ, ਮੇਰੀ ਹੈ ਰੀਡਿੰਗ ਨਾ ਇੱਕ ਇਹੋ ਜਿਹੀ ਹੌਬੀ ਆ, ਮਤਲਬ ਇਸ 'ਚ ਵੀ ਆਪਾਂ ਨੂੰ ਐ ਨਹੀਂ ਹੁੰਦਾ ਕਿ ਅਸੀਂ ਬੁੱਕ ਪੜ੍ਹ ਕੇ ਬਸ ਦੇਖ ਲਈਏ ਕਿ ਇਸ ਦੇ ਵਿੱਚੋਂ ਕੀ ਮਿਲਦਾ ਹੈ। ਕਿਉਰਿਓਸਿਟੀ ਉਹ ਚੀਜ਼ ਹੈ, ਇਕੱਲੀ ਰੀਡਿੰਗ ਨਾਲ ਨਹੀਂ ਮੈਂ ਰਿਲੇਟ ਕਰਦੀ, ਹਰ ਇੱਕ ਚੀਜ਼ 'ਚ ਕਿ ਅਸੀਂ ਬਸ ਦੇਖ ਲਈਏ ਕਿ ਇਸ ਦਾ ਮੀਨਿੰਗ ਕੀ ਹੈ, ਇਸ ਦਾ ਪਲੱਸ ਪੁਆਇੰਟ ਕੀ ਹੈ, ਅਕਸਰ ਇਹ ਚੀਜ਼ ਕੀ ਹੈ। ਆਪਣੀ ਡੀਪ ਥਿੰਕਿੰਗ, ਆਪਾਂ ਕੁਝ ਦੇਖਣਾ ਪੂਰਾ, ਆਪਾਂ ਉਸ ਚੀਜ਼ ਨੂੰ ਚੀਰ ਫਾੜ ਕਰਕੇ ਦੇਖਣਾ ਕਿ ਹੈ ਕੀ, ਮੀਨਿੰਗ ਕੀ ਹੈ। ਕਿਉਰਿਓਸਿਟੀ ਵੀ ਬਹੁਤ ਇੰਪੋਰਟੈਂਟ ਕੁਆਲਿਟੀ ਹੈ ਜੋ ਸਾਡੇ ਵਿੱਚ ਇੱਕ ਵਾਰ ਅਗਰ ਆ ਗਈ। ਕਿਉਰਿਓਸਿਟੀ ਦੇ ਨਾਲ ਸਾਡੀ ਸਾਰੀ ਜਿਹੜੀ ਆਪਾਂ ਕਹਿੰਦੇ ਆ ਨਾ ਬੋਰ ਹੋ ਗਏ, ਉਹ ਚੀਜ਼, ਬੋਰੀਅਤ ਸਾਡੀ ਸਾਰੀ ਚਲੀ ਜਾਏਗੀ ਜਦੋਂ ਸਾਨੂੰ ਕਿਉਰਿਓਸਿਟੀ ਸਾਡੇ 'ਚ ਆ ਗਈ, ਅਸੀਂ ਕਿਸੇ ਚੀਜ਼ ਨੂੰ ਲੈ ਕੇ ਕਿਊਰੀਅਸ ਹੋ ਗਏ, ਉਤਸੁਕਤਾ ਸਾਡੇ ਵਿੱਚ ਆ ਗਈ। ਸੋ ਹੁਣ ਤੁਸੀਂ ਇਮੈਜਿਨ ਕਰੋ, ਆਪਾਂ ਸਟੂਡੈਂਟ ਆ, ਆਪਾਂ ਕਿਊਰੀਅਸ ਕਿਉਂ ਨਹੀਂ ਹੈਗੇ? ਇਹਦਾ ਵੀ ਇੱਕ ਬਸ ਇਹੀ ਸੋਰਸ ਆ, ਆਪਾਂ ਇੱਕੋ ਹੀ ਰੀਜ਼ਨ ਹੈ ਕਿ ਆਪਾਂ ਬੋਰ ਹੋ ਜਾਂਦੇ ਹਾਂ ਜਲਦੀ। ਕਿਉਂ ਬੋਰ ਹੁੰਦੇ ਆ? ਕਿਉਂਕਿ ਕਿਊਰੀਅਸ ਹੀ ਹੈ ਨਹੀਂ ਆਪਾਂ। ਹੁਣ ਤੁਹਾਡੇ ਮੰਨ ਲਓ 2 ਸਟੂਡੈਂਟ ਆ, ਦੋਨਾਂ ਨੂੰ ਸੇਮ ਬੁੱਕਸ ਦੇ ਦਿੱਤੀਆਂ, ਇੱਕ ਉਹਨੂੰ ਫਟਾਫਟ ਪੜ੍ਹ ਕੇ ਦੇਖੇਗਾ, ਬਹੁਤ ਐਕਸਾਈਟਮੈਂਟ ਨਾਲ ਪੜ੍ਹੇਗਾ ਕਿ ਮੈਂ ਦੇਖਣਾ ਹੈ ਕਿ ਇਸ ਚੀਜ਼ ਕੀ ਹੈ। ਮੰਨ ਲਓ ਸਟੋਰੀ ਬੁੱਕ ਹੈ, ਕੀ ਸਟੋਰੀ ਹੈ, ਕੀ ਮੈਨੂੰ ਇਸ ਤੋਂ ਸਿੱਖਿਆ ਮਿਲਦੀ ਹੈ, ਕੀ ਮੋਰਲਸ ਨੇ ਇਸ ਦੇ ਵਿੱਚ, ਕੀ ਰਾਈਟਰ ਸਾਨੂੰ ਦੇਣਾ ਚਾਹੁੰਦਾ ਹੈ। ਇੱਕ ਮੰਨ ਲਓ ਬਸ ਜਿਹਨੇ ਦੇਖ ਲਿਆ ਵੀ ਬਸ ਬੁੱਕ ਦਾ ਨੇਮ ਇਹੋ ਜਿਹਾ, ਮੈਂ ਨਹੀਂ ਪੜ੍ਹਨੀ, ਇਸ 'ਚ ਕੀ ਹੋ ਸਕਦਾ? ਇਸ 'ਚ ਕੁਛ ਵੀ ਨਹੀਂ ਹੋ ਸਕਦਾ, ਮੈਂ ਨਹੀਂ ਪੜ੍ਹਨਾ। ਰੀਡਿੰਗ ਕੋਈ ਗੱਲ ਹੈ, ਕੋਈ ਐਕਟੀਵਿਟੀ ਹੈ। ਸੋ ਇਹ ਸਾਡਾ ਪੁਆਇੰਟ ਆਫ ਵਿਊ ਹੀ ਹੈ ਕਿ ਇੱਕ ਪੂਰਾ ਕਿਊਰੀਅਸ ਬੰਦਾ, ਇੱਕ ਪੂਰੀ ਐਕਸਾਈਟਮੈਂਟ ਨਾਲ ਪੜ੍ਹ ਰਿਹਾ, ਤੇ ਇੱਕ ਨਾ ਇੱਕ ਜਮਾਂ ਹੀ ਬੋਰਿੰਗ ਜੀ ਬਸ ਐ ਲੈ ਕੇ ਬਹਿ ਗਿਆ ਵੀ ਇਸ ਦੇ ਵਿੱਚ ਕੁਛ ਨਹੀਂ ਹੈ। ਸੋ ਦੋਨੋਂ ਹੀ ਨੇ, ਇੱਕ ਨੂੰ ਫੁੱਲ ਬੈਨੀਫਿਟ ਹੋਊਗਾ, ਇੱਕ ਉੱਥੇ ਜਿਹੀ ਖੜਾ, ਇੱਕ ਅੱਗੇ ਕਿਵੇਂ ਐਨਹਾਂਸ ਹੋ ਜਾਊਗਾ, ਉਹਦੀ ਨੌਲੇਜ ਕਿਵੇਂ ਐਨਹਾਂਸ ਹੋ ਜਾਊਗੀ। ਨੌਲੇਜ ਵਧਾਉਣੀ ਹੈ, ਤੁਸੀਂ ਨੌਲੇਜ ਗੇਨ ਕਰਨੀ ਹੈ, ਇਹਦਾ ਵੀ ਇੱਕ ਹੀ ਸੋਰਸ ਹੈ ਕਿ ਆਪਾਂ ਕਿਊਰੀਅਸ ਹੋਈਏ, ਸਾਡੇ ਵਿੱਚ ਕਿਉਰਿਓਸਿਟੀ ਕਿਤੋਂ ਨਾ ਕਿਤੋਂ ਆਵੇ। ਸੋ ਇਹ ਬਹੁਤ ਸਾਰੀਆਂ ਇਹੋ ਜਿਹੀਆਂ ਕੁਆਲਿਟੀਜ਼ ਨੇ ਜਿਹੜੀਆਂ ਸਾਨੂੰ ਆਪਣੇ ਵਿੱਚ ਡਿਵੈਲਪ ਕਰਨੀਆਂ ਪੈਣਗੀਆਂ ਤਾਂ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਸਕਸੈਸ ਹੋਈਏ, ਚੰਗੇ ਕੰਮਾਂ ਤੇ ਆਪਣਾ ਟਾਈਮ ਲਗਾਈਏ। ਹਾਂਜੀ, ਹੁਣ ਆਪਾਂ ਗੁਰਬਾਣੀ ਦਾ ਫਰਮਾਨ ਪੜ੍ਹਦੇ ਹਾਂ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ, ਸਭ ਮੁਕਦੀ ਚੱਲੀ ਰਹਿਣ। ਕਹਿੰਦੇ ਹੇ ਪ੍ਰਾਣੀ, ਤੂੰ ਜਗਤ ਵਿੱਚ ਪ੍ਰਮਾਤਮਾ ਦੇ ਨਾਮ ਦਾ ਲਾਭ ਖੱਟਣ ਵਾਸਤੇ ਆਇਆ ਹੈ।
ਹੁਣ ਦੇਖੋ ਆਪਾਂ ਬਾਕੀ ਸਭ ਚੀਜ਼ਾਂ ਤੋਂ ਡਿਫਰੈਂਟ ਕਿਉਂ ਆ, ਐਨੀਮਲਸ ਵੀ ਨੇ, ਬਰਡਸ ਵੀ ਨੇ। ਉਹੀ ਚੀਜ਼ ਆ ਗਈ ਨਾ, ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਆਪਣੇ ਕੋਲ ਮਾਈਂਡ ਹੈ, ਆਪਣੇ ਕੋਲ ਅਕਲ ਹੈ, ਆਪਾਂ ਉਸ ਵਾਹਿਗੁਰੂ ਦਾ ਥੈਂਕਸ ਕਰ ਸਕਦੇ ਹਾਂ। ਨਹੀਂ ਕਰਦੇ, ਪਰ ਆਪਾਂ ਸ਼ੁਕਰੀਆ ਨਹੀਂ ਕਰਦੇ। ਸੋ ਸਾਡਾ ਤਾਂ ਕੰਮ ਹੀ ਇਹ ਸੀ ਕਿ ਅਸੀਂ ਹੁਣ ਤੁਸੀਂ ਦੇਖੋ ਕੋਈ ਬੌਸ ਆ ਹਨਾ, ਤੁਸੀਂ ਮੰਨ ਲਓ ਤੁਸੀਂ ਆਪਣੀ ਪੂਰੀ, ਤੁਹਾਡੀ ਕੋਈ ਕੰਪਨੀ ਹੈ ਜਾਂ ਕਿਸੇ ਵੀ ਚੀਜ਼ ਦਾ ਕੋਈ ਵੀ ਬਿਜ਼ਨਸ ਹੈ, ਤੁਸੀਂ ਬੌਸ ਹੋ। ਕੱਲ ਨੂੰ ਕੋਈ ਵੀ ਤੁਹਾਡੇ ਜਿਹੜੇ EMPLOYER ਨੇ, ਕੰਮ ਕਰਦੇ ਆ, ਕੋਈ ਵੀ ਉਹ ਅਚੀਵਮੈਂਟ ਕਰਦੇ ਆ, ਤੁਹਾਨੂੰ ਬਿਲਕੁਲ ਹੀ, ਤੁਹਾਨੂੰ ਕੁਛ ਨਹੀਂ ਕਹਿੰਦੇ, ਤੁਹਾਨੂੰ ਬਿਲਕੁਲ ਵੀ ਕ੍ਰੈਡਿਟ ਨਹੀਂ ਦਿੰਦੇ ਆਪਦੀ ਅਚੀਵਮੈਂਟ ਦਾ, ਤੁਹਾਡਾ ਨਾਮ ਹੀ ਨਹੀਂ ਲੈਂਦੇ, ਤੁਹਾਨੂੰ ਕਿੱਦਾਂ ਲੱਗੇਗਾ? ਸੋਚ ਕੇ ਦੇਖੋ, ਥੋੜਾ ਜਿਹਾ ਇਮੈਜਿਨ ਕਰਕੇ ਦੇਖੋ। ਚਾਹੇ ਤੁਹਾਨੂੰ ਵੀ ਨਾ ਲੱਗੇ, ਪਰ ਆਸ-ਪਾਸ ਦਿਆਂ ਨੂੰ ਤਾਂ ਲੱਗੇਗਾ ਨਾ ਕਿ ਬੌਸ ਨੂੰ ਹੀ ਕੱਢਤਾ। ਸੋ ਸਾਡੇ ਐਂਟਾਇਰ ਵਰਲਡ ਦਾ ਬੌਸ ਵਾਹਿਗੁਰੂ ਆ, ਅਸੀਂ ਬਿਲਕੁਲ ਹੀ ਨਹੀਂ, ਸਾਨੂੰ ਤਾਂ ਕੋਈ ਪਰਵਾਹ ਹੀ ਨਹੀਂ ਹੈ। ਸੋ ਆਪਣਾ ਤਾਂ ਕੰਮ ਹੀ ਇਹ ਸੀ, ਆਪਾਂ ਤਾਂ ਆਏ ਹੀ ਇੱਥੇ ਤਾਂ ਆ ਕਿ ਅਸੀਂ ਵਾਹਿਗੁਰੂ ਦਾ ਨਾਮ ਜਪ ਸਕੀਏ। ਚਲੋ ਜੀ, ਟਾਈਮ ਖਤਮ ਹੋ ਰਿਹਾ, ਆਪਾਂ ਜਲਦੀ ਡਿਸਕਸ ਕਰਦੇ ਹਾਂ। ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫਕੜੇ, ਸਭ ਮੁੱਕਦੀ ਚੱਲੀ ਰਹਿਣ। ਤੂੰ ਕਿਸ ਵਿਅਰਥ ਕੰਮਾਂ ਵਿੱਚ ਰੁੱਝਿਆ ਪਿਆ ਹੈ, ਸਾਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ। ਇਹ ਤਾਂ ਹੁਣ ਆਪਾਂ ਨੂੰ ਵੀ ਪਤਾ ਹੈ ਕਿ ਜੋ ਟਾਈਮ ਅੱਜ ਚਲਾ ਗਿਆ, ਨਾ ਤਾਂ ਅਸੀਂ ਉਸਨੂੰ ਕਿਸੇ ਵੀ ਜ਼ਰੀਏ ਕੱਲ ਪ੍ਰਾਪਤ ਕਰ ਸਕਦੇ ਹਾਂ। ਸੋ ਜਿੰਨਾ ਟਾਈਮ ਵਾਹਿਗੁਰੂ ਨੇ ਦਿੱਤਾ ਹੈ, ਉਸਦਾ ਥੈਂਕ ਯੂ ਕਰੀਏ ਕਿ ਵਾਹਿਗੁਰੂ ਥੈਂਕ ਯੂ, ਤੁਸੀਂ ਸਾਨੂੰ ਇੰਨੀ ਅਨਮੋਲ ਦਾਤ ਬਖਸ਼ੀ ਹੈ। ਹੁਣ ਆ ਚੀਜ਼ ਹੈ ਜੀ ਉਹਨਾਂ ਤੇ ਜੋ ਆਪਾਂ ਵਰੀਜ਼ ਕਰਦੇ ਹਾਂ, ਟੈਨਸ਼ਨਸ ਕਰਦੇ ਹਾਂ, ਹਨਾ। ਹੋਣਾ ਹੈ ਸੋ ਹੋਈ ਸੈ, ਮਨੈ ਨ ਕੀਜੈ ਆਸ। ਜੋ ਹੋਣਾ ਹੈ, ਜੋ ਵਾਹਿਗੁਰੂ ਨੇ ਕਰਨਾ ਹੈ, ਉਹ ਹੀ ਹੋਣਾ ਹੈ। ਕਿਉਂ ਫਾਲਤੂ ਦੀ ਟੈਨਸ਼ਨ ਅਸੀਂ ਆਪਣੇ ਮਾਈਂਡ ਦੇ ਵਿੱਚ ਰੱਖਦੇ ਹਾਂ, ਅਸੀਂ ਮਨਾਂ ਦੇ ਵਿੱਚ ਫਾਲਤੂ ਦੇ ਡਰ ਰੱਖਦੇ ਹਾਂ। ਟੈਨਸ਼ਨ ਫ੍ਰੀ ਹੋ ਜਾਓ, ਸਾਡਾ ਤਾਂ ਕੋਈ ਟੈਨਸ਼ਨ ਲੈਣ ਦਾ ਰੀਜ਼ਨ ਹੀ ਨਹੀਂ ਹੈ। ਸਾਨੂੰ ਤਾਂ ਟੈਨਸ਼ਨ ਫ੍ਰੀ ਹੋਣਾ ਹੀ ਸਿੱਖੋ, ਤੁਸੀਂ ਟੈਨਸ਼ਨ ਫ੍ਰੀ ਰਹਿਣਾ ਕਿ ਸਾਡਾ ਬੌਸ ਹੈਗਾ ਟੈਨਸ਼ਨ ਲੈਣ ਨੂੰ, ਜਿੱਦਾਂ ਸਾਡੇ ਬੌਸ ਨੇ ਕਰਨਾ ਉਦਾਂ ਹੀ ਹੋਣਾ ਹੈ। ਸੋ ਯੂਜ਼ਲੈਸ ਵਰੀਜ਼ ਦੇ ਵਿੱਚ ਟਾਈਮ ਨਾ ਅਸੀਂ ਆਪਣਾ ਕਰੀਏ ਜੀ। ਹਾਂਜੀ, ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਏ, ਤੂੰ ਆਹੋ ਕਿਹੜੇ ਕੰਮ। ਹਾਂਜੀ, ਇਹ 'ਚ ਵੀ ਉਹੀ ਗੱਲ ਹੋ ਗਈ ਕਿ ਅਸੀਂ ਦਿਨ ਦੇ 4 ਪਹਿਰ ਅਸੀਂ ਕੰਮਾਂ ਕਾਰਾਂ ਦੇ ਵਿੱਚ ਕੱਢ ਦਿੰਦੇ ਹਾਂ, ਰਾਤ ਦੇ 4 ਪਹਿਰ ਆਪਾਂ ਸੌਂ ਕੇ ਕੱਢ ਦਿੰਦੇ ਹਾਂ। ਜਦੋਂ ਰੱਬ ਨੇ ਲੇਖਾ ਮੰਗਣਾ ਹੈ, ਅਸੀਂ ਕਰਨ ਕੀ ਆਏ ਸੀ, ਉਦੋਂ ਕੀ ਕਹੋਗੇ? ਵਾਹਿਗੁਰੂ ਦਾ ਨਾਮ ਲੈਣ ਆਏ ਸੀ, ਸ਼ੁਕਰੀਆ ਅਦਾ ਕਰਨ ਆਏ ਸੀ, ਅਕਲ ਸਮਝ ਸਿਆਣਪ ਦੇ ਨਾਲ ਜ਼ਿੰਦਗੀ ਦੇ ਵਿੱਚ ਪ੍ਰੋਡਕਟਿਵ ਚੀਜ਼ਾਂ ਕਰਨ ਆਏ ਸੀ, ਕਰ ਲਈਆਂ ਜੀ। ਆਪਾਂ ਕਹਿ ਦਾਂਗੇ ਕਿ ਹਾਂਜੀ ਅਸੀਂ ਸਕਸੈਸ ਲਾਈਫ ਇੰਜੋਏ ਕਰਕੇ ਆਏ ਹਾਂ, ਅਸੀਂ ਬਹੁਤ ਕੁਝ ਸਿੱਖ ਕੇ ਆਏ ਹਾਂ, ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਕੇ ਆਏ ਹਾਂ। ਸੋ ਜੀ ਇਹੋ ਕੁਝ ਕੁ ਕੁਆਲਿਟੀਜ਼ ਸੀ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਵਾਹਿਗੁਰੂ ਜੀ, ਮਾਫੀ ਮੰਗਦੀ ਹਾਂ, ਬਹੁਤ ਕੁਝ ਗਲਤ ਮੇਰੇ ਤੋਂ ਬੋਲਿਆ ਗਿਆ ਹੋਣਾ, ਸੋ ਆਪਣੀ ਅਣਜਾਣ ਬੇਟੀ ਸਮਝ ਕੇ ਮਾਫ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। बहुत आप जी का बहुत बहुत धन्यवाद जी, आपने बहुत ਵਧੀਆ ਸੈਸ਼ਨ ਲਿਆ। ਹੁਣ ਅਸੀਂ ਨੈਕਸਟ ਸੈਸ਼ਨ ਵੱਲ ਮੂਵ ਕਰਦੇ ਹਾਂ, ਵਾਰਤਾਲਾਪ, ਜਿਸਦਾ ਵਿਸ਼ਾ ਹੈ ਔਚਿਤ ਝਲਕ ਦੇਖਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਵਾਰਤਾਲਾਪ ਦਾ ਸੁਲੇਖ ਹੈ ਔਖੀ ਘੜੀ ਨਾ ਦੇਖਣ ਦੇਈ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਮਿਲਦ ਸਮਾਨ। ਦਾਦਾ ਜੀ ਤੁਸੀਂ ਇਹ ਕੀ ਗਾ ਰਹੇ ਹੋ? ਪੁੱਤਰ ਜੀ, ਇਹ ਬਾਣੀ ਦੀ ਤੁਕ ਹੈ। ਇਸਦਾ ਕੀ ਮਤਲਬ ਹੈ? ਇਸਦਾ ਮਤਲਬ ਇਹ ਹੈ ਕਿ ਵਾਹਿਗੁਰੂ ਜੀ ਆਪਣੇ ਬੱਚਿਆਂ ਦਾ ਅੰਗੀਕਾਰ ਕਰਦੇ ਹਨ ਤੇ ਉਹਨਾਂ ਤੇ ਮੁਸ਼ਕਿਲ ਨਹੀਂ ਆਉਣ ਦਿੰਦੇ। ਅੰਗੀਕਾਰ ਉਹ ਕੀ ਹੁੰਦਾ ਹੈ? ਮਤਲਬ ਬੋਡੀਗਾਰਡ। ਪਰ ਬੋਡੀਗਾਰਡ ਦਾ ਸਪੈਸ਼ਲ ਬੰਦੇ ਵਾਸਤੇ ਹੁੰਦਾ ਹੈ। ਫਿਰ ਮੈਂ ਸਰ ਜੀ, ਜਿਹੜੇ ਬੱਚੇ ਵਾਹਿਗੁਰੂ ਜੀ ਦਾ ਕਹਿਣਾ ਮੰਨਦੇ ਹਨ, ਪਾਠ ਕਰਦੇ ਹਨ, ਸੇਵਾ ਕਰਦੇ ਹਨ, ਕਿਸੇ ਨੂੰ ਵੀ ਮਾੜਾ ਨਹੀਂ ਬੋਲਦੇ ਤੇ ਸਾਰਿਆਂ ਦੀ ਹੈਲਪ ਵੀ ਕਰਦੇ ਹਨ, ਉਹ ਸਪੈਸ਼ਲ ਉੱਚੇ ਹੁੰਦੇ ਹਨ। ਫਿਰ ਵਾਹਿਗੁਰੂ ਜੀ ਉਹਨਾਂ ਦੇ ਬੋਡੀਗਾਰਡ ਬਣਦੇ ਹਨ ਤੇ ਉਹਨਾਂ ਦੀ ਹੈਲਪ ਵੀ ਕਰਦੇ ਹਨ। ਦਾਦਾ ਜੀ, ਤੁਸੀਂ ਵੀ ਤਾਂ ਵਾਹਿਗੁਰੂ ਜੀ ਦੇ ਚੰਗੇ ਬੱਚੇ ਸੀ ਨਾ? ਸੀ ਦਾ ਮਤਲਬ ਉਹ ਹੁਣ ਵੀ ਤਾਂ ਹਾਂ, ਪਰ ਵਾਹਿਗੁਰੂ ਜੀ ਨੇ ਸਾਡੀ ਹੈਲਪ ਵੀ ਨਹੀਂ ਕੀਤੀ, ਤੁਹਾਨੂੰ ਮੁਸ਼ਕਿਲ ਵਿੱਚ ਪਾ ਦਿੱਤਾ। ਕੀ ਮਤਲਬ ਤੇਰਾ ਪੁੱਤਰ? ਤੂੰ ਕਿਦੋਂ ਦੀ ਗੱਲ ਕਰ ਰਿਹਾ? ਆਪ ਜਦੋਂ ਤੁਸੀਂ ਆਰਾਮ ਨਾਲ ਆਪਣੇ ਰਸਤੇ ਤੇ ਜਾ ਰਹੇ ਸੀ, ਇੱਕ ਤੇਜ਼ ਮੋਟਰਸਾਈਕਲ ਵਾਲੇ ਨੇ
ਆਪ ਜੀ ਨੂੰ ਨੀਚੇ ਸੁੱਟ ਦਿੱਤਾ ਤੇ ਆਪ ਜੀ ਦੀ ਲੱਤ ਟੁੱਟ ਗਈ ਤੇ ਅਜੇ ਤੱਕ ਆਪ ਜੀ ਪਲਸਤਰ ਲਵਾ ਕੇ ਬਿਸਤਰੇ ਤੇ ਹੀ ਪਏ ਹੋ। ਕੀ ਇਹ ਰੱਬ ਜੀ ਨੇ ਤੁਹਾਨੂੰ ਮੁਸ਼ਕਿਲ ਸਮਾਂ ਨਹੀਂ ਦਿੱਤਾ? ਸਰ ਜੀ, ਇਸ ਦਾ ਮਤਲਬ ਇਹ ਵੀ ਨਹੀਂ ਕਿ ਜਿਹੜੇ ਵਾਹਿਗੁਰੂ ਜੀ ਦੇ ਭਗਤ ਹੁੰਦੇ ਹਨ, ਭਾਵ ਚੰਗੇ ਬੱਚੇ ਹੁੰਦੇ ਹਨ, ਉਹਨਾਂ ਤੇ ਮੁਸ਼ਕਿਲ ਨਹੀਂ ਆਉਂਦੀ। ਮੁਸ਼ਕਿਲਾਂ ਤਾਂ ਸਾਰਿਆਂ ਦੀ ਆਉਂਦੀ ਹੈ, ਪਰ ਵਾਹਿਗੁਰੂ ਜੀ ਆਪਣੇ ਬੱਚਿਆਂ ਤੇ ਮਿਹਰ ਕਰਕੇ ਇਹਨਾਂ ਮੁਸ਼ਕਿਲਾਂ ਨੂੰ ਫੇਸ ਕਰਨਾ ਸਿਖਾ ਦਿੰਦੇ ਹਨ। ਪਰ ਦਾਦਾ ਜੀ, ਅਸੀਂ ਕਦੇ ਬਿਮਾਰ ਹੁੰਦੇ ਆ ਜਾਂ ਪੈਸੇ ਘੱਟ ਮਿਲ ਜਾਂਦੇ ਨੇ ਜਾਂ ਨੰਬਰ ਘੱਟ ਆਉਂਦੇ ਨੇ ਜਾਂ ਰਿਸ਼ਤੇਦਾਰ ਪਰੇਸ਼ਾਨ ਹੋ ਜਾਂਦੇ ਹਨ ਤਾਂ ਕਰ ਦਿੰਦੇ ਹਨ। ਕੀ ਇਹ ਔਖੀ ਘੜੀ ਨਹੀਂ ਹੁੰਦੀ? ਉਹ ਘੜੀ ਔਖੀ ਤਾਂ ਹੁੰਦੀ ਹੈ, ਪਰ ਜੇ ਅਸੀਂ ਵਾਹਿਗੁਰੂ ਜੀ ਤੇ ਪੂਰਾ ਵਿਸ਼ਵਾਸ ਰੱਖੀਏ ਤਾਂ ਇਹ ਔਖੀ ਘੜੀ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਭਾਵ ਗਿਫਟ ਲੱਗਣ ਲੱਗ ਜਾਂਦਾ ਹੈ। ਖੇਤਿਆਂ ਦੁੱਖ ਸਭ ਮਾਰ ਦਾਤ ਤੇਰੀ ਦਾਤਾਰ। ਔਖੀ ਘੜੀ ਲੈ ਉਹ ਸਾਡੇ ਲਈ ਗਿਫਟ ਕਿਵੇਂ ਹੋ ਸਕਦੀ ਹੈ? ਪਰਮਾਤਮਾ ਦੇ ਦਿੱਤੇ ਹੋਏ ਸੁੱਖ ਅਤੇ ਦੁੱਖ ਇਹ ਸਾਡੇ ਲਈ ਗਿਫਟ ਹੀ ਤਾਂ ਹਨ, ਕਿਉਂਕਿ ਇਹ ਤਾਂ ਵਾਹਿਗੁਰੂ ਜੀ ਨੂੰ ਪਤਾ ਹੈ ਸਾਡੇ ਲਈ ਕੀ ਚੰਗਾ ਤੇ ਕੀ ਮਾੜਾ ਹੈ। ਜੀ ਦਾਦਾ ਜੀ, ਤੁਹਾਡੀ ਲੱਤ ਟੁੱਟਣ ਵਿੱਚ ਵਾਹਿਗੁਰੂ ਜੀ ਨੇ ਕੁਝ ਚੰਗਾ ਕੀਤਾ ਸੀ? ਸਰ ਜੀ, ਇਹਨਾਂ ਬਹੁਤੀਆਂ ਗੱਲਾਂ ਦਾ ਕਾਰਨ ਕਈ ਵਾਰੀ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਹੈ। ਇਸ ਦੇ ਰਿਲੇਟਡ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਹਾਂ। ਕਹਾਣੀ? ਠੀਕ ਹੈ ਦਾਦਾ ਜੀ, ਸੁਣਾਓ ਫਿਰ। ਇੱਕ ਵਾਰੀ ਇੱਕ ਰਾਜਾ ਸ਼ਿਕਾਰ ਖੇਡਣ ਜਾਂਦਾ ਹੈ। ਸ਼ਿਕਾਰ ਖੇਡਣ ਵੇਲੇ ਉਸਦਾ ਮੰਤਰੀ ਉਸਦੇ ਨਾਲ ਹੁੰਦਾ ਹੈ। ਸ਼ਿਕਾਰ ਖੇਡਣ ਵਕਤ ਰਾਜੇ ਦੀ ਉਂਗਲ ਕੱਟ ਜਾਂਦੀ ਹੈ ਤੇ ਉਹ ਬਹੁਤ ਦੁਖੀ ਵੀ ਹੁੰਦਾ ਹੈ ਤੇ ਉਸਦਾ ਮੰਤਰੀ ਉਸਨੂੰ ਕਹਿੰਦਾ ਹੈ, ਰੱਬ ਜੋ ਕਰਦਾ ਹੈ ਉਹ ਚੰਗੇ ਲਈ ਕਰਦਾ ਹੈ। ਤੇ ਰਾਜਾ ਗੁੱਸੇ ਵਿੱਚ ਕਹਿੰਦਾ ਕਿ ਮੇਰੇ ਉੱਤੇ ਖਾਸਮਾ ਬਣਾਇਆ ਤੇ ਤੂੰ ਕਹਿੰਦਾ ਰੱਬ ਜੋ ਕਰਦਾ ਹੈ ਚੰਗੇ ਲਈ ਕਰਦਾ। ਫਿਰ ਤਾਂ ਦਾਦਾ ਜੀ ਰਾਜੇ ਨੂੰ ਗੁੱਸਾ ਆਣਾ ਹੀ ਸੀ। ਫਿਰ ਰਾਜੇ ਨੇ ਕੀ ਕੀਤਾ? ਰਾਜੇ ਨੇ ਗੁੱਸੇ ਵਿੱਚ ਆ ਕੇ ਆਪਣੇ ਮੰਤਰੀ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਤੇ ਉਸਦੇ ਜਾਣ ਤੋਂ ਬਾਅਦ ਉਹ ਸ਼ਿਕਾਰ ਖੇਡਣ ਗਿਆ। ਅੱਗੇ ਕੁਝ ਜੰਗਲੀਆਂ ਨੇ ਉਸਨੂੰ ਫੜ ਲਿਆ। ਉਹ ਜੰਗਲੀ ਉਸਨੂੰ ਮਾਰ ਕੇ ਆਪਣੇ ਦੇਵਤੇ ਨੂੰ ਭੇਟ ਕਰਨਾ ਚਾਹੁੰਦੇ ਸਨ। ਪਰ ਉਹਨਾਂ ਜੰਗਲੀਆਂ ਦਾ ਇੱਕ ਅਸੂਲ ਵੀ ਸੀ ਕਿ ਉਹ ਜਿਸਮ ਵੀ ਭੇਟ ਕਰਨ ਉਸਦੇ ਸਰੀਰ ਦਾ ਪਾਰਟ ਕੱਟਿਆ ਨਾ ਹੋਵੇ। ਪਰ ਦਾਦਾ ਜੀ, ਰਾਜੇ ਦੀ ਤਾਂ ਉਂਗਲ ਵੱਡੀ ਹੋਈ ਸੀ ਨਾ। ਪਰ ਤਾਈਓ ਤਾਂ ਰਾਜਾ ਬਚ ਗਿਆ ਤੇ ਫਿਰ ਉਸਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਰੱਬ ਜੋ ਕਰਦਾ ਹੈ ਚੰਗੇ ਲਈ ਹੀ ਕਰਦਾ ਹੈ। ਤੇ ਦਾਦਾ ਜੀ, ਜਿਹੜੀ ਤੁਸੀਂ ਮੈਨੂੰ ਸਾਹਿਬਜ਼ਾਦਿਆਂ ਦੀ ਭਾਈ ਅਜੈ ਸਿੰਘ ਜੀ ਦੀ ਤੇ ਹੋਰ ਸਿੰਘਾਂ ਦੀ ਸਾਖੀ ਸੁਣਾਉਂਦੇ ਹੋ, ਤੁਸੀਂ ਕਹਿੰਦੇ ਹੋ ਉਹਨਾਂ ਨੇ ਕਦੀ ਸੀ ਵੀ ਨਹੀਂ ਕੀਤੀ ਸੀ। ਇਸ ਦਾ ਮਤਲਬ ਉਹਨਾਂ ਨੂੰ ਉਸ ਵੇਲੇ ਦੁੱਖ ਨਹੀਂ ਹੋਇਆ ਸੀ? ਸਰ ਜੀ, ਬਾਣੀ ਸਾਨੂੰ ਸਟਰੋਂਗ ਬਣਾਉਂਦੀ ਹੈ। ਇਹ ਸਾਰੇ ਸਿੱਖ ਬਹੁਤ ਬਾਣੀ ਪੜ੍ਹਦੇ ਸਨ ਤੇ ਇਸ ਕਰਕੇ ਇਹ ਸਟਰੋਂਗ ਵੀ ਸਨ। ਤੇ ਫਿਰ ਭਲਾ ਇਹਨਾਂ ਨੂੰ ਦੁੱਖ ਕਿਵੇਂ ਲੱਗਣਾ ਸੀ? ਪਰ ਦਾਦਾ ਜੀ, ਇਹ ਦੁੱਖ ਉਹਨੇ ਕਿਉਂ ਨਹੀਂ? ਵਾਹਿਗੁਰੂ ਜੀ ਸਾਡਾ ਐਗਜ਼ਾਮ ਲੈਂਦੇ ਹਨ ਕਿ ਮੇਰਾ ਪੁੱਤਰ ਬਾਣੀ ਪੜ੍ਹ ਕੇ ਸੇਵਾ ਕਰਕੇ ਕਿੰਨਾ ਕੁ ਸਟਰੋਂਗ ਬਣਿਆ ਹੈ। ਤੇ ਦਾਦਾ ਜੀ, ਅਗਰ ਫੇਲ ਹੋ ਜਾਂਦੇ ਤਾਂ ਬਾਣੀ ਪੜ੍ਹਨੀ ਛੱਡ ਨਹੀਂ ਦਿੰਦੇ ਹੋਣੇ? ਨਹੀਂ ਸਰ ਜੀ, ਦੁੱਖ ਤਾਂ ਦਵਾਈਆਂ ਵਰਗੇ ਹੁੰਦੇ ਹਨ ਜੋ ਕਿ ਸਾਨੂੰ ਮੰਜ਼ਿਲ ਤੱਕ ਪਹੁੰਚਾਉਣੇ ਹੁੰਦੇ ਹਨ। ਜਿਵੇਂ ਇੱਕ ਘੁਮਿਆਰ ਕੜਾਹ ਬਣਾਉਣ ਵੇਲੇ ਬਾਹਰੋਂ ਤਾਂ ਸੱਟ ਮਾਰਦਾ ਹੀ ਹੈ, ਪਰ ਅੰਦਰੋਂ ਉਸਨੂੰ ਦੂਜੇ ਹੱਥ ਨਾਲ ਸਪੋਰਟ ਵੀ ਦਿੰਦਾ ਹੈ ਤਾਂ ਕਿ ਉਸਦੀ ਸ਼ੇਪ ਲੈ ਸਕੇ। ਹਾਥ ਦੇ ਰਾਖੇ ਆਪਣੇ ਕੋ ਸਾਥ ਸਾਥ ਪ੍ਰਤਪਾਲੇ। ਠੀਕ ਹੈ ਦਾਦਾ ਜੀ, ਫਿਰ ਤਾਂ ਅੱਜ ਤੋਂ ਮੈਂ ਵੀ ਰੋਜ਼ ਪੜ੍ਹ ਕਰਿਆ ਕਰਾਂਗਾ ਤੇ ਵਾਹਿਗੁਰੂ ਜੀ ਦਾ ਸਪੈਸ਼ਲ ਬੱਚਾ ਬਣਾਂਗਾ। ਸ਼ਾਬਾਸ਼ ਪੁੱਤਰ, ਹੁਣ ਜਾ ਕੇ ਪੜ੍ਹ ਲੈ, ਫਿਰ ਅਸੀਂ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਇਕੱਠੇ ਕਰਾਂਗੇ। ਠੀਕ ਹੈ ਦਾਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਬਹੁਤ ਵਧੀਆ ਸੈਸ਼ਨ ਸੀ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ, ਮੇਰਾ ਕੁਐਸਚਨ ਹੈ ਵੀ ਜਿਵੇਂ ਦੀਦੀ ਜੀ ਨੇ ਕਿਹਾ ਸੀਗਾ ਵੀ ਆਲਸ ਨਹੀਂ ਕਰਨੀ ਚਾਹੀਦੀ, ਵੀ ਆਲਸ ਤੋਂ ਅਸੀਂ ਦੂਰ ਕਿਵੇਂ ਹੋ ਸਕਦੇ ਹਾਂ ਜੀ? ਹਾਂਜੀ, ਗਗਨਦੀਪ ਕੌਰ ਜੀ ਆਨਸਰ ਕਰਨਾ ਜੀ। ਹਾਂਜੀ, ਆਲਸ ਦਾ ਦੇਖੋ ਕਿਉਰਿਓਸਿਟੀ ਦੱਸਿਆ ਸੀ ਨਾ, ਜਦੋਂ ਆਪਾਂ ਨੂੰ ਐ ਹੋਏਗਾ ਕਿ ਅਸੀਂ ਕਿਸ ਚੀਜ਼ ਤੋਂ ਕੁਝ ਸਿੱਖਣਾ ਹੈ, ਜਦੋਂ ਅਸੀਂ ਆਪਣੇ ਮਾਈਂਡ 'ਚ ਇਹ ਬਿਠਾ ਕੇ ਰੱਖਾਂਗੇ ਕਿ ਮੈਂ ਇਸ ਚੀਜ਼ ਤੋਂ ਕੁਝ ਪਲੱਸ ਪੁਆਇੰਟ ਅੱਜ ਲੈਣਾ ਹੈ। ਅਸੀਂ ਕੋਈ ਮੂਵੀ ਦੇਖਦੇ ਹਾਂ, ਅਸੀਂ ਕਿਉਂ ਸਾਡੇ 'ਚ ਐਕਸਾਈਟਮੈਂਟ ਹੁੰਦੀ ਹੈ ਨਾ ਕਿ ਅੱਜ ਮੂਵੀ ਦੇ ਵਿੱਚ ਕੁਝ ਨਿਊ ਹੋਏਗਾ। ਆਪਾਂ ਮੂਵੀਜ਼ ਦੇਖਣ ਵੇਲੇ, ਡਰਾਮਾਸ ਦੇਖਣ ਵੇਲੇ ਕਿਉਂ ਕਿਊਰੀਅਸ ਹੁੰਦੇ ਹਾਂ, ਕਿਉਂ ਐਕਸਾਈਟਡ ਹੁੰਦੇ ਹਾਂ, ਉਦੋਂ ਚਾਹੇ ਸਾਨੂੰ ਨੀਂਦ ਵੀ ਆਉਂਦੀ ਹੋਵੇ ਅਸੀਂ ਨੀਂਦ ਵੀ ਛੱਡ ਦਿੰਦੇ ਹਾਂ। ਉਸਦਾ ਰੀਜ਼ਨ ਇਹ ਹੁੰਦਾ ਹੈ ਕਿ ਅਸੀਂ ਕਿਊਰੀਅਸ ਹੁੰਦੇ ਹਾਂ, ਸਾਨੂੰ ਐ ਹੁੰਦਾ ਕਿ ਇਸ ਚੀਜ਼ ਚੋਂ ਕੁਝ ਅਸੀਂ ਨਿਊ ਲੈਣਾ ਹੈ।
ਅੱਜ ਮੈਂ ਕੁਝ ਨਿਊ ਦੇਖਣਾ ਹੈ। ਸੋ ਅਗਰ ਅਸੀਂ ਸਾਡਾ ਪੁਆਇੰਟ ਆਫ ਵਿਊ ਚੇਂਜ ਕਰਾਂਗੇ, ਅਸੀਂ ਹਰ ਇੱਕ ਚੀਜ਼ ਤੋਂ ਅਸੀਂ ਕੁਝ ਨਵਾਂ ਸਾਨੂੰ ਦੇਖਣ ਦੀ ਅਕਲ ਆ ਜਾਏਗੀ, ਉਦੋਂ ਸਾਨੂੰ ਆਲਸ ਹੋਣਾ ਵੀ ਬੰਦ ਹੋ ਜਾਏਗਾ। ਬਸ ਸਾਡੇ 'ਚ ਕਿਊਰੀਅਸਿਟੀ ਹੋਣੀ ਚਾਹੀਦੀ ਹੈ, ਕਿਉਰਿਓਸਿਟੀ, ਐਕਸਾਈਟਮੈਂਟ ਕਿ ਹਾਂ ਮੈਂ ਕੁਝ ਅੱਜ ਨਵਾਂ ਕਰਨਾ ਹੈ, ਕੁਝ ਨਵਾਂ ਸਿੱਖਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਭਜੀਤ ਕੌਰ ਜੀ। ਜੀ ਦੋਵੇਂ ਸੈਸ਼ਨ ਬਹੁਤ ਵਧੀਆ ਸਨ ਤੇ ਲਾਪਰੀ ਜੀ ਨੇ ਸਾਨੂੰ ਕਿਹਾ ਸੀ ਕਿ ਆਪਣੀ ਹਰ ਇੱਕ ਗਲਤੀ ਤੋਂ ਸਿੱਖਿਆ ਲੈਣੀ ਹੈ। ਸਿਰਫ ਆਪਾਂ ਆਪਣੀ ਗਲਤੀ ਤੋਂ ਨਹੀਂ, ਆਪਾਂ ਨਿੱਕੀ ਨਿੱਕੀ ਚੀਜ਼ ਤੋਂ ਸਿੱਖਿਆ ਲੈਣੀ ਹੈ ਜੀ। ਬਹੁਤ ਵਧੀਆ ਜੀ। ਹਾਂਜੀ, ਅਸੀਂ ਹਰ ਗੱਲ ਤੋਂ ਸਿੱਖਿਆ ਲੈਣੀ ਹੈ ਜੀ, ਭਾਵੇਂ ਉਹ ਸਾਡੀ ਗਲਤੀ ਹੈ, ਭਾਵੇਂ ਸਾਨੂੰ ਕਿਸੇ ਵੀ ਜਗ੍ਹਾ ਤੋਂ ਕਿਸੇ ਗੱਲ ਤੋਂ ਕੁਝ ਸਿੱਖਣ ਨੂੰ ਮਿਲੇ। ਬਹੁਤ ਵਧੀਆ ਜੀ। ਹਾਂਜੀ, ਨੈਕਸਟ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਨਜੀਤ ਕੌਰ ਜੀ ਨੂੰ ਬੇਨਤੀ ਕਰਾਂਗੀ, ਉਹ ਸੰਭਾਲਣਗੇ ਜੀ। ਵਾਹਿਗੁਰੂ ਜੀ, ਮੇਰਾ ਹਾਂਜੀ, ਕੁਐਸਚਨ ਹੈ ਕਿ ਕਈ ਲੋਕ ਆਪਣਾ ਸਟ੍ਰੈਸ ਦੂਰ ਕਰਨ ਲਈ ਮੈਡੀਟੇਸ਼ਨ ਕਰਦੇ ਹਨ, ਅਤੇ ਜੇਕਰ ਸਾਡਾ ਮਨ ਮੈਡੀਟੇਸ਼ਨ ਕਰਨ ਵਿੱਚ ਨਹੀਂ ਲੱਗਦਾ ਤਾਂ ਅਸੀਂ ਆਪਣੇ ਮਨ ਨੂੰ ਕਿਵੇਂ ਜੋੜ ਸਕਦੇ ਹਾਂ ਮੈਡੀਟੇਸ਼ਨ ਕਰਨ ਵਿੱਚ? ਹਾਂਜੀ, ਗਗਨਦੀਪ ਕੌਰ ਜੀ। ਹਾਂਜੀ, ਮੈਡੀਟੇਸ਼ਨ ਬਹੁਤ ਵਧੀਆ ਸੋਰਸ ਆ, ਜਿਸ ਦੇ ਨਾਲ ਆਪਾਂ ਇਕਾਗਰਤਾ, ਹਨਾ, ਆਪਾਂ ਕਿਸੇ ਚੀਜ਼ ਤੇ ਫੋਕਸ ਰਹਿ। ਮੈਡੀਟੇਸ਼ਨ ਆਪਣੀ, ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਉਹ 30 ਦਿਨ ਜਦੋਂ ਆਪਾਂ ਕੋਈ ਨਿਊ ਆਪਣੇ ਮਾਈਂਡ ਨਾਲ ਲੜੋ ਕਿ ਮੈਂ ਇਹ ਚੀਜ਼ ਕਰਨੀ ਹੈ, ਅੱਜ ਨਹੀਂ ਹੋ ਰਹੀ, ਕੱਲ ਨਹੀਂ ਹੋ ਰਹੀ, ਇੱਕ ਦਿਨ ਤਾਂ ਹੋਏਗੀ ਮਿਨੀਮਮ। ਤੋਂ ਇਹ ਕੁਐਸਚਨ ਕਲੀਅਰ ਆ ਜੀ, ਇਹ ਸਾਈਕੋਲੋਜਿਸਟਸ ਨੇ ਕਿਹਾ ਹੋਇਆ ਕਿ 30 ਡੇਜ਼ ਮਿਨੀਮਮ ਤੁਹਾਡੇ ਲੱਗਣੇ ਹੈ। ਸੋ ਤੁਸੀਂ 30 ਡੇਜ਼ ਦੇ ਬਾਅਦ ਦੇਖਿਓ, ਤੁਸੀਂ ਆਪਣੇ ਆਪ ਤੁਹਾਨੂੰ ਚੇਂਜ ਫੀਲ ਹੋਣ ਲੱਗੇਗਾ, ਰਿਜ਼ਲਟ ਫੀਲ ਹੋਣ ਲੱਗੇਗਾ। ਸੋ ਪੁਰਾਣੀਆਂ ਚੀਜ਼ਾਂ ਰੈਪਲੀਕੇਟ ਨਹੀਂ ਕਰਨੀਆਂ, ਆਪਣੇ ਮਾਈਂਡ ਨੂੰ ਤੁਸੀਂ ਅਵੇਅਰ ਕਰੋ ਕਿ ਜਿਵੇਂ ਆਹ ਹੈਬਿਟ ਨੂੰ ਚੇਂਜ ਕਰਕੇ ਆਹ ਹੈਬਿਟ ਲੈ ਕੇ ਆਉਣੀ ਹੈ, ਡਿਵੈਲਪ ਕਰਨੀ ਹੈ। ਸੋ ਸਟਰੋਂਗ ਡਿਜ਼ਾਇਰ ਆਪਣੇ ਅੰਦਰ ਕ੍ਰੀਏਟ ਕਰੋ, ਆਪਣੇ ਅੰਦਰ ਪੂਰੀ ਸਟਰੋਂਗ ਇੱਛਾ ਲੈ ਕੇ ਆਓ, ਮਜ਼ਬੂਤ ਇੱਛਾ ਹੋਣੀ ਚਾਹੀਦੀ ਹੈ ਤੁਹਾਡੀ। ਹੁਣ ਇੱਥੇ ਕੈਂਪ ਦੀ ਸਮਾਪਤੀ ਹੁੰਦੀ ਹੈ ਜੀ। ਹਾਂਜੀ, ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਾਂਗੇ ਜੀ ਗਗਨਦੀਪ ਕੌਰ ਜੀ ਦਾ, ਜਿਨ੍ਹਾਂ ਨੇ ਬੜਾ ਹੀ ਵਧੀਆ ਸੈਸ਼ਨ ਲਿਆ ਔਰ ਬੜੇ ਪਿਆਰ ਦੇ ਨਾਲ, ਬੜੇ ਠਹਿਰਾਓ ਦੇ ਨਾਲ ਇਹਨਾਂ ਨੇ ਜਿਹੜਾ ਵਿਦਿਆਰਥੀਆਂ ਨੂੰ ਸਮਝਾਇਆ, ਤੇ ਇਹਨਾਂ ਦਾ ਬਹੁਤ ਧੰਨਵਾਦ ਵੀ ਕਰਦੇ ਹਾਂ ਜੀ। ਬੜਾ ਪਿਆਰਾ ਟੌਪਿਕ ਤੁਸੀਂ ਲੈ ਕੇ ਆਏ ਹੋ। ਤੇ ਸਾਰੇ ਸਟੂਡੈਂਟਸ ਨੂੰ ਬੇਨਤੀ ਹੈ ਕਿ ਹੁਣ ਇਹ ਨੰਬਰ ਜਿਹੜਾ ਸਕਰੀਨ ਤੇ ਸ਼ੇਅਰ ਹੋਏਗਾ 95,920 94,170, ਜਾਪ ਸੇਵਾ, ਕੀਰਤਨ ਸੇਵਾ, ਤੇ ਉਹਦੇ ਨਾਲ ਨਾਲ ਅਗਰ ਤੁਸੀਂ ਕੋਈ ਵਿਸ਼ਾ ਲੈਣਾ ਚਾਹੁੰਦੇ ਹੋ, ਜਾਂ ਤੁਸੀਂ ਜਿਸ ਤਰ੍ਹਾਂ ਅੱਜ ਮਨਜੀਤ ਕੌਰ ਜੀ ਨੇ ਇੰਚਾਰਜ ਦੀ ਸੇਵਾ ਨਿਭਾਈ ਹੈ, ਤੁਸੀਂ ਅਗਰ ਕੋਈ ਇੰਚਾਰਜ ਦੀ ਸੇਵਾ ਨਿਭਾਉਣਾ ਚਾਹੁੰਦੇ ਹੋ ਕਿਸੇ ਵੀ ਕਾਰਜ ਦੇ ਲਈ, ਤੁਸੀਂ ਇਸ ਨੰਬਰ ਤੇ ਭੈਣ ਜੀ ਅਮਨਦੀਪ ਕੌਰ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਸੋ ਅਸੀਂ ਗੁਰੂ ਨਾਨਕ ਮਲਟੀਵਰਸਿਟੀ ਦੇ ਜੋ ਸਟੂਡੈਂਟ ਜਿਨ੍ਹਾਂ ਨੇ ਅੱਜ ਵਾਰਤਾਲਾਪ ਪੇਸ਼ ਕੀਤਾ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬੜੇ ਹੀ ਸੁਖੈਨ ਰੂਪ ਦੇ ਵਿੱਚ ਸਾਨੂੰ ਸਾਰਿਆਂ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਜਿਹੜਾ ਦੁੱਖ ਹੈ ਉਹ ਵੀ ਸਾਡੇ ਲਈ ਚੰਗਾ ਲੈ ਕੇ ਆਉਂਦਾ ਹੈ। ਸੋ ਇੱਥੇ ਹੀ ਕੈਂਪ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ।